ਭੰਡਾਰੀ ਸਾਹਿਬ ਕੱਲ ਕਰਨਾਟਕਾ ਦੇ ਵਿੱਚ ਇੱਕ ਭਾਜਪਾ ਵਿਧਾਇਕ ਦੇ ਪੁੱਤਰ ਕੋਲੋਂ 40 ਲੱਖ ਰੁਪਏ ਬਰਾਮਦ ਹੋਏ ਨੇ। ਮੈਂ ਤੇ ਇਹ ਸੋਚ ਰਿਹਾ ਸੀ ਵੀ ਆਪਣੇ ਵਾਲੇ ਤੇ ਵਿਚਾਰੇ 4-4 ਲੱਖ ਚ ਫਸ ਜਾਂਦੇ ਆ ਤੇ ਇਹਨਾਂ ਨੂੰ ਵੀ ਉਧਰ ਜਾ ਕੇ ਟ੍ਰੇਨਿੰਗ ਲੈਣੀ ਚਾਹੀਦੀ ਕਰਨਾਟਕ 'ਚ ਜਾ ਕੇ। ਟਿੱਪਣੀ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਨੇ। ਉਹਨਾਂ ਦਾ ਕਹਿਣਾ ਹੈ ਸੰਵਿਧਾਨਿਕ ਅਦਾਲਤਾਂ ਦਾ ਦੇਸ਼ ਦੇ ਲੋਕਾਂ ਦੇ ਪ੍ਰਤੀ ਕਰਤੱਵ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਦਿਖਾਣ। ਤੁਸੀਂ ਦੇਖੋ ਗੈਂਗਸਟਰਾਂ ਨੇ ਪੈਸਾ ਆਪਣਾ ਸ਼ਰਾਬ ਚਲਾਉਣਾ ਸ਼ੁਰੂ ਕਰਤਾ ਵੀ ਇਹ ਸ਼ਰਾਬ ਦਾ ਧੰਦਾ ਕਿੱਡਾ ਫਾਇਦੇਮੰਦ ਹੈ। ਸਰਕਾਰ ਨੂੰ ਰੈਵਨਿਊ ਇਕੱਠਾ ਕਰਨ ਦੇ ਤਰੀਕੇ ਬੜੇ ਆ। ਇਹ ਨਹੀਂ ਵੀ ਤੁਹਾਡੇ ਐਮਐਲਏ ਆਪ ਜਾ ਕੇ ਕਹਿਣੇ ਬਿਲਡਿੰਗ ਮੇਰੀ ਉਹ ਬਣਨ ਦੇ। ਵੇਖੀ ਨਾ ਇੱਧਰ ਬੀਜੇਪੀ ਦਾ ਜਿਹੜਾ ਹਾਈ ਕਮਾਨ ਹੈ ਉਹ ਵੀ ਤੁਹਾਨੂੰ ਪਤਾ ਵੀ ਬੜਾ ਸਮਝਦਾਰ ਹੈ, ਸੂਝਵਾਨ ਹੈ। ਉਹਨਾਂ ਨੇ ਕਿਹਾ ਵੀ ਇਹਨੂੰ ਟੈਸਟ ਕਰੀਏ ਵੀ ਇਹਨਾਂ ਦੇ ਪੱਲੇ ਕੀ ਹੈ ਜੀ। ਤੇ ਉਹ ਦੂਜੇ ਪਾਸਿਓਂ ਕਿਤੇ ਉਹਨਾਂ ਨਾਲ ਕਰ ਦੇਣ ਵੀ 2022 ਦੀਆਂ ਇਲੈਕਸ਼ਨ ਹੋਣੇ ਹੋ ਗਏ ਹੋਈਆਂ, ਵੀਡੀਓ ਨਾ ਜਾਰੀ ਕਰ ਦੇਣ ਸੋਸ਼ਲ ਮੀਡੀਆ ਤੇ ਜਿਹਦੇ 'ਚ ਉਲਟ ਕਰਦੇ ਹੋਣ ਵੀ ਕਾਂਗਰਸ ਦੀਆਂ ਉਪਲਬਧੀਆਂ ਗਿਣਾਉਂਦੇ ਹੋਣ ਤੇ ਬੀਜੇਪੀ ਨੂੰ ਗਾਲਾਂ ਕੱਢਦੇ ਹੋਣ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ ਕੱਲ ਕਰਨਾਟਕਾ ਦੇ ਵਿੱਚ ਇੱਕ ਭਾਜਪਾ ਵਿਧਾਇਕ ਦੇ ਪੁੱਤਰ ਕੋਲੋਂ 40 ਲੱਖ ਰੁਪਏ ਬਰਾਮਦ ਹੋਏ ਨੇ, ਜਿਹੜੇ ਕਿ ਰਿਸ਼ਵਤ ਦੇ ਰੂਪ ਵਿੱਚ ਉਹਨਾਂ ਨੇ ਘਰ ਵਿੱਚ ਰੱਖੇ ਹੋਏ ਸਨ ਤੇ ਰੰਗੇ ਹੱਥੀਂ ਉਹਨਾਂ ਨੂੰ ਫੜਿਆ ਗਿਆ। ਪ੍ਰਿੰਸ ਦੇਖੋ, ਇਹ ਉਹਨਾਂ ਦੇ ਘਰੋਂ ਨਹੀਂ ਫੜੇ ਗਏ, ਇਹ ਉਹਨਾਂ ਦੇ ਦਫ਼ਤਰ 'ਚੋਂ ਫੜੇ ਗਏ ਨੇ 40 ਲੱਖ ਰੁਪਏ। ਇਹ ਐਮਐਲਏ ਨੇ ਬੀਜੇਪੀ ਦੇ KM ਵਿਰੂਪਕਸ਼ਪਾ ਜੀ। ਹੁਣ ਇਹਨਾਂ ਦਾ ਦੇਖੋ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਇਹ ਚੇਅਰਮੈਨ ਨੇ ਤੇ ਇਹਨਾਂ ਦਾ ਬੇਟਾ ਹੈ ਪ੍ਰਸ਼ਾਂਤ, ਉਹ ਬੰਗਲੌਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਵਿੱਚ ਚੀਫ ਅਕਾਊਂਟੈਂਟ ਹੈ। ਹੁਣ ਦੇਖੋ ਵੀ ਇੱਕ ਕੇਸ ਦੇ ਵਿੱਚੋਂ ਜੇ 80 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾਏਗੀ, 40% ਦੀ ਰਿਸ਼ਵਤ ਮੰਗੀ ਜਾਏਗੀ ਤੇ ਆਖਿਰਕਾਰ ਕੰਮ ਹੋਏਗਾ ਕੀ? ਵੈਸੇ ਤੇ ਸਾਡੇ ਵਾਲੇ ਤੇ 20% ਰਿਸ਼ਵਤ ਲੈ ਕੇ ਤੇ 4 ਲੱਖ ਰੁਪਇਆ ਮੁੜ ਕੇ ਰਿਸ਼ਵਤ ਲੈ ਕੇ ਤੇ ਸਰਕਟ ਹਾਊਸ ਦੇ ਮਗਰੋਂ ਦੀ ਭੱਜਣਾ ਪੈਂਦਾ। ਮੈਂ ਨਾਂ ਨਹੀਂ ਲੈ ਰਿਹਾ ਕਿਸੇ ਦਾ, ਲੋਕਾਂ ਨੂੰ ਪਤਾ ਹੀ ਹੈ ਵੀ ਕੌਣ ਨੇ ਇਹ ਰਿਸ਼ਵਤ ਮੰਗਦੇ ਨੇ। ਪ੍ਰਸ਼ਾਂਤ ਇਹਨਾਂ ਦਾ ਨਾਂ ਹੈ। 40 ਲੱਖ ਰੁਪਏ ਇਹਨਾਂ ਨੇ ਰਿਸ਼ਵਤ ਮੰਗੀ ਸੀ ਬਿੱਲ ਕਲੀਅਰ ਕਰਨ ਵਾਸਤੇ। ਉਹਨੂੰ ਠੇਕੇਦਾਰ ਕਹਿੰਦੇ ਆ ਯਾਰ ਵੀ ਮੈਂ ਹੋਰ ਵੀ ਸਮੂਨ ਲਿਆਉਣਾ ਹੈ ਵੀ ਤੇ 80 ਲੱਖ ਰੁਪਇਆ ਤੇ ਬਹੁਤ ਹੈ, 80 ਲੱਖ ਮੈਂ ਨਹੀਂ ਦੇ ਸਕਦਾ। ਤੇ ਫਿਰ ਕਿਹਾ ਗਿਆ ਵੀ ਤੂੰ ਕਿਸ਼ਤਾਂ ਕਰ ਲੈ ਜੀ। ਤੂੰ ਕਿਸ਼ਤਾਂ ਕਰ ਲਈਆਂ ਤੇ ਪਹਿਲੀ ਕਿਸ਼ਤ ਦੇਣੀ ਸੀ 40 ਲੱਖ ਰੁਪਏ। ਹੁਣ ਠੇਕੇਦਾਰ ਸਾਹਿਬ ਬੜੇ ਪਰੇਸ਼ਾਨ ਸੀ ਵੀ ਕਹਿੰਦੇ ਵੀ ਮੈਂ ਉਹਨਾਂ ਜੋੜ ਤੋੜ ਲਾਇਆ ਹੋਣਾ ਵੀ ਮੈਂ 80 ਲੱਖ ਰਿਸ਼ਵਤ ਮੰਗ ਤੇ ਬੈਠਾ ਵੀ ਕੀ ਮੈਨੂੰ 80 ਲੱਖ ਰੁਪਇਆ ਬਚਣਾ ਵੀ ਹੈਗਾ ਕੰਮ ਚੋਂ। ਤੇ ਹੋ ਸਕਦਾ ਠੇਕੇਦਾਰ ਸਾਹਿਬ ਨੂੰ ਨਾ ਬਚਣਾ ਹੋਵੇ ਕੰਮ ਚੋਂ। ਤੇ ਉਹਨਾਂ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਫਿਰ ਤੇ ਫਿਰ ਪੈਸੇ ਦੇਣ ਗਏ ਤੇ 40 ਲੱਖ ਰੁਪਇਆ ਦਿੱਤਾ ਤੇ ਨਾਲ ਹੀ ਵਿਜੀਲੈਂਸ ਉਹਨਾਂ ਨੇ ਫੜ ਲਿਆ ਇਹਨਾਂ ਨੂੰ, ਪ੍ਰਸ਼ਾਂਤ ਜੀ ਮਹਾਰਾਜ ਨੂੰ। ਹੁਣ ਇਹ ਵੇਖੋ, ਇਹ ਉਦੋਂ ਇਹ ਮਾਮਲਾ ਹੋਇਆ, ਇੱਕ ਪਾਸੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੁਣਾਇਆ ਜਾ ਰਿਹਾ ਸੀਗਾ, ਕਹਿੰਦਾ ਵੀ ਲਾਲਚ ਦੇ ਨੇ ਭ੍ਰਿਸ਼ਟਾਚਾਰ ਦੇ ਕੈਂਸਰ ਨੂੰ ਇਸ ਕਦਰ ਵਧਾ ਦਿੱਤਾ ਕਿ ਇਹਦਾ ਇਲਾਜ ਕਰਨਾ ਬੜਾ ਜ਼ਰੂਰੀ ਹੈ। ਉੱਤੇ ਵੀ ਦੱਸਾਂਗਾ ਮੈਂ ਤੁਹਾਨੂੰ। ਹੁਣ ਤੁਸੀਂ ਦੇਖੋ ਜਿਹੜੇ ਐਮਐਲਏ ਨੇ ਬੀਜੇਪੀ ਦੇ KM ਵਿਰੂਪਕਸ਼ਪਾ, ਇਹਨਾਂ ਨੇ ਜਦੋਂ ਚੋਣ ਲੜੀ ਹੋਣੀ ਹੈ, ਪਹਿਲੇ ਟਿਕਟ ਲਈ ਹੋਣੀ ਹੈ, ਹੁਣ ਟਿਕਟ ਕਿਸ ਤਰ੍ਹਾਂ ਲਈ ਗਈ ਇਹ ਵੀ ਰੱਬ ਹੀ ਜਾਣੇ ਜੀ। ਤੇ ਫਿਰ ਪ੍ਰਚਾਰ ਕੀਤਾ ਹੋਣਾ, ਐਫੀਡੇਵਿਟ ਦਿੱਤਾ ਹੋਣਾ ਮੇਰੇ ਕੋਲ ਕਿੰਨੀ ਸੰਪत्ति, ਮੇਰੇ ਬੇਟੇ को ਕਿੰਨੀ, ਮੇਰੀ ਪਤਨੀ को ਕਿੰਨੀ, ਤੇ ਟੋਟਲ ਸਾਰਾ ਕੁਝ। ਤੇ ਬਾਅਦ ਚੋਂ ਜਦੋਂ ਐਮਐਲਏ ਜਿੱਤੇ ਗਏ ਤੇ ਸੰਵਿਧਾਨ ਦੀ ਸਹੁੰ ਵੀ ਖਾਧੀ ਹੋਣੀ ਹੈ ਵੀ ਮੈਂ ਜਿਹੜਾ ਸਾਖੀ ਮੰਨ ਕੇ ਜੋ ਵੀ ਹੈ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ। ਤੁਸੀਂ ਹੁਣ ਇਮਾਨਦਾਰੀ ਤੁਸੀਂ ਦੇਖ ਲਓ ਵੀ ਇਹ ਕੀ ਹੈ। ਮੈਂ ਤੇ ਇਹ ਸੋਚ ਰਿਹਾ ਸੀ ਵੀ ਆਪਣੇ ਵਾਲੇ ਤੇ ਵਿਚਾਰੇ 4-4 ਲੱਖ ਚ ਫਸ ਜਾਂਦੇ ਆ ਤੇ ਇਹਨਾਂ ਨੂੰ ਵੀ ਉਧਰ ਜਾ ਕੇ ਟ੍ਰੇਨਿੰਗ ਲੈਣੀ ਚਾਹੀਦੀ ਕਰਨਾਟਕ 'ਚ ਜਾ ਕੇ ਵੀ ਜਾ ਕੇ ਟ੍ਰੇਨਿੰਗ ਲਾਓ। ਉੱਥੇ ਇਲੈਕਸ਼ਨ ਹੋਣੇ ਆ, ਇੱਥੇ ਇਲੈਕਸ਼ਨ ਹੋ ਚੁੱਕੇ ਆ ਤੇ ਹੁਣ ਲੋਕ ਸਭਾ 'ਚ ਹੋਣੇ ਹੀ ਆ। ਚਲੋ ਤੇ ਭ੍ਰਿਸ਼ਟਾਚਾਰ ਦੇਖੋ ਅਰਬਾਂ ਰੁਪਏ ਜਿਹੜਾ ਉਹ ਦੀਮਕ ਵਾਂਗੂ ਜਿਹੜਾ ਸਿਸਟਮ ਹੈ ਨਾ ਉਹ ਖਾ ਰਿਹਾ ਭ੍ਰਿਸ਼ਟਾਚਾਰ ਰੂਪੀ ਜਿਹੜਾ ਸਾਡੇ ਨੂੰ। ਹੁਣ ਜਿਹੜੇ ਬੰਦਾ ਜਿਹੜਾ ਇਹ ਵੀ ਕਿਹਾ ਜਾ ਰਿਹਾ ਉੱਥੋਂ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹਨਾਂ ਦਾ ਸਿੱਧਰਮਈਆ, ਉਹਨਾਂ ਦਾ ਵੀ ਮੈਂ ਬਿਆਨ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਮੁੱਖ ਮੰਤਰੀ ਸਾਡੇ ਕੋਲ ਸਬੂਤ ਮੰਗਦੇ ਵੀ ਭ੍ਰਿਸ਼ਟਾਚਾਰ ਕੀ ਹੈ। ਇਹ ਕਹਿੰਦੇ ਇਹ ਘਟਨਾ ਜੋ ਹੋਈ ਹੈ ਇਹ ਗੱਲ ਦਾ ਪ੍ਰਮਾਣ ਨਹੀਂ ਹੈ ਵੀ ਭ੍ਰਿਸ਼ਟਾਚਾਰ ਚਰਮ ਤੇ ਆ। ਉਹ ਕਹਿੰਦੇ ਵੀ 40% ਕਮਿਸ਼ਨ ਲਿਆ ਜਾਂਦਾ। ਤੁਸੀਂ ਵੇਖੋ ਵੀ ਜੇ ਕਿਤੇ 100 ਕਰੋੜ ਦੇ ਕੰਮ ਹੁੰਦੇ ਤੇ ਬਹੁਤ ਸਾਰੇ ਕਰੋੜਾਂ ਦੇ ਹਜ਼ਾਰਾਂ ਕਰੋੜਾਂ ਦੇ ਕੰਮ ਹੁੰਦੇ ਤੇ 40 ਕਰੋੜ ਰੁਪਏ ਦੀ ਰਿਸ਼ਵਤ ਲੈ ਲੈਂਦੇ ਆ। ਹੁਣ 60 ਕਰੋੜ ਨਾਲ ਜਿਹੜਾ ਤੁਹਾਡਾ ਕੰਮ ਜਿਹੜਾ 100 ਕਰੋੜ ਨਾਲ ਹੋਣਾ ਹੈ ਉਹ 'ਚ ਤੇ ਪਹਿਲਾਂ 40 ਕਰੋੜ ਰੁਪਏ ਖਾ ਲਿਆ ਗਿਆ। ਹੁਣ ਜਿਹੜਾ 60 ਬਚਿਆ ਉਹਦੇ 'ਚੋਂ ਵੀ ਜਿਹੜੇ ਥੱਲੇ ਨੇ ਇਹ ਤੇ ਇੱਕ ਅਧਿਕਾਰੀ ਦਾ ਮਾਮਲਾ ਹੈ ਨਾ,
ਉਹਦੇ ਚੋਂ ਹੀ ਚੁੰਝ ਮਾਰਦੇ ਆ ਵੀ ਤੇ ਫਿਰ ਕੰਮ ਕਿੰਨਾ ਕੁ ਲੱਗੂਗਾ, ਕੰਮ ਤੇ ਕੀ ਲੱਗੂਗਾ ਤੇ ਲੋਕਾਂ ਦੇ ਪੱਲੇ ਕੀ ਪਊਗਾ। ਫਿਰ ਠੇਕੇਦਾਰ ਨੇ ਵੀ ਕਿਸੇ ਨਾ ਕਿਸੇ ਪਾਸੋਂ ਕਸਰ ਤੇ ਕੱਢਣੀ ਹੈ ਨਾ, ਉਹਨੇ ਉਹ ਕੋਲੋਂ ਥੋੜੀ ਪਾਊਗਾ। ਫਿਰ ਜਿਹੜਾ ਮਸਾਲਾ ਜਿਹੜਾ ਉਹ 1-3 ਦਾ ਨਹੀਂ ਪਾਊਗਾ, ਉਹ ਮਸਾਲਾ ਤੇ 1-6 ਦਾ ਵੀ ਪਾਊਗਾ ਕਿ ਨਹੀਂ ਪਾਊਗਾ ਤੇ ਰੱਬ ਹੀ ਜਾਣੇ। ਪਰ ਜੋ ਵੀ ਹੈ ਇਹ ਭ੍ਰਸ਼ਟਾਚਾਰ ਜਿਹੜਾ ਹੈ, ਤੁਸੀਂ ਇੱਥੇ ਹੀ ਗੱਲ ਨਹੀਂ ਮੁੱਕਦੀ। ਵਿਜੀਲੈਂਸ ਵਾਲੇ ਫਿਰ ਉੱਥੋਂ ਦੀ ਤਲਾਸ਼ੀ ਲੈਂਦੇ ਨੇ ਤੇ 2 ਕਰੋੜ ਰੁਪਇਆ ਕੈਸ਼ ਉੱਥੋਂ ਫਿਰ ਫੜਿਆ ਜਾਂਦਾ ਹੈ। ਫਿਰ ਜਦੋਂ ਵਿਜੀਲੈਂਸ ਦਫ਼ਤਰ ਜਾਣ ਲੱਗਦੇ ਤੇ ਕਹਿੰਦੇ ਵੀ ਇਹਨਾਂ ਦੇ ਪ੍ਰਸ਼ਾਂਤ ਜੀ ਦੇ ਘਰ ਦੀ ਤਲਾਸ਼ੀ ਵੀ ਲੈ ਲਈ ਆਪਾਂ, ਤੇ ਘਰੋਂ ਮਿਲਦੇ ਆ 6 ਕਰੋੜ ਰੁਪਏ ਜੀ। ਮੈਂ ਸੁਣ ਰਿਹਾ ਸੀ, ਮੇਰੇ ਨਾ ਮੂੰਹ 'ਚ ਪਾਣੀ ਜਿਹਾ ਆਈ ਜਾਂਦਾ ਸੀ ਯਾਰ ਵੀ 8 ਕਰੋੜ ਰੁਪਇਆ ਤੇ ਘਰੇ ਹੀ ਹੈ ਤੇ ਬਾਕੀ ਤੇ ਕੋਈ ਹਿਸਾਬ ਕਿਤਾਬ ਹੀ ਨਹੀਂ ਵੀ ਕਿੰਨਾ ਸੋਨਾ ਹੋਊਗਾ, ਕਿੰਨੀਆਂ ਜ਼ਮੀਨਾਂ ਹੋਣਗੀਆਂ। ਵੀ ਮੈਂ ਵੀ ਸੋਚ ਰਿਹਾ ਵੀ ਇੱਕ ਆਮ ਆਦਮੀ ਦੇ ਪੱਲੇ ਹੈਗਾ ਕੀ ਹੈ। ਇਹ ਕਹਿੰਦੇ ਵੀ ਆਮ ਆਦਮੀ ਜਿਹੜਾ ਉਹ ਹੀ ਲੋਕਤੰਤਰ ਦੇ ਵਿੱਚ ਉਹ ਰੱਬ ਆ, ਰੱਬ ਉਹ ਕਦਾ ਉਹ ਵੋਟ ਪਾਏ ਤਾਂ ਵੀ ਉਹਨੂੰ ਕੋਈ ਨਹੀਂ ਮੁੜ ਕੇ ਪੁੱਛਦਾ ਤੇ ਨਾ ਪਾਵੇ ਤੇ ਤਾਂ ਵੀ ਨਹੀਂ ਪੁੱਛਦਾ ਉਹਨੂੰ, ਕਿਉਂਕਿ 60-70% ਵੋਟਿੰਗ ਹੁੰਦੀ, ਬਾਕੀ ਦੇ ਲੋਕ ਵੋਟ ਪਾਉਂਦੇ ਹੀ ਨਹੀਂ। ਤੇ ਜਦੋਂ ਇਲੈਕਸ਼ਨ ਹੋਣੇ ਆ ਨਾ ਤੇ ਕਿਸੇ ਬੰਦੇ ਨੇ ਭਾਵੇਂ ਕੋਈ ਮਜ਼ਦੂਰ ਕੰਮ ਹੀ ਕਰਦਾ ਹੋਵੇ ਨਾ, ਡੋੜੀ ਕੁੱਟਦਾ ਹੋਵੇ ਤੇ ਲੀਡਰ ਜਾਣਗੇ ਉਹਨੂੰ, ਭਾਵੇਂ ਪਸੀਨਾ ਆਉਂਦਾ ਹੋਵੇ ਉਹਨੂੰ, ਉਹ ਜੱਫੀ ਪਾਣਗੇ, ਕਹਿਣਗੇ ਤੂੰ ਮੇਰਾ ਭਰਾ ਹੈ। ਫਿਰ ਉਹਨਾਂ ਦੇ ਵੀ ਗੋਡੇ ਹੱਥ ਲਾਉਂਦੇ, ਬਜ਼ੁਰਗਾਂ ਦੇ ਗੋਡੇ ਹੱਥ ਲਾਉਂਦੇ ਆ, ਕਹਿੰਦੇ ਮੈਂ ਤੁਹਾਡਾ ਪੁੱਤਰ ਆ ਜੀ। ਤੇ ਬਸ ਉਸ ਤੋਂ ਬਾਅਦ ਤੇ ਦੇਖਦੇ ਵੀ ਨਹੀਂ। ਮੈਂ ਬਾਅਦ ਚ ਕਿਸੇ ਐਮਐਲਏ ਦੀ ਜਾਂ ਐਮਪੀ ਦੀ ਸ਼ਕਲ ਨਹੀਂ ਵੇਖੀ ਕਦੀ, ਇੱਕ ਵਾਰੀ ਜਦੋਂ ਜਿੱਤ ਕੇ ਚੱਲ ਜਾਂਦੇ ਆ। ਤੇ ਇਸ ਕਰਕੇ ਲੋਕਾਂ ਨੂੰ ਸੋਚਣਾ ਪਏਗਾ ਵੀ ਉਹ ਮੁਲਕ ਦਾ ਕੀ ਬਣੂਗਾ ਜਿੱਥੇ 80 ਕਰੋੜ ਲੋਕ ਮੁਫਤ ਰਾਸ਼ਨ ਲੈਂਦੇ ਨੇ, 40% ਰਿਸ਼ਵਤ ਮੰਗੀ ਜਾ ਰਹੀ ਹੈ। ਹੁਣ ਇਹ ਐਮਐਲਏ ਸਾਹਿਬ ਕੋ ਪੁੱਛਗਛ ਹੋਏਗੀ ਕਿ ਨਹੀਂ ਹੋਏਗੀ। ਰਾਜਨੀਤੀ ਵੈਸੇ ਤੇ ਧੰਦਾ ਬਣ ਕੇ ਰਹਿ ਗਈ ਹੈ, ਇਹ ਕੌਣ ਨਹੀਂ ਜਾਣਦਾ। ਹੁਣ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਜਦੋਂ ਪਾਰਟੀ ਇੱਕ ਟਿਕਟ ਨਹੀਂ ਦਿੰਦੀ ਕਿਸੇ ਨੂੰ, ਉਹ ਇੱਕ ਪਾਰਟੀ ਨੂੰ ਛੱਡ ਕੇ ਸਾਰੀ ਉਮਰ ਉੱਥੇ ਰਿਹਾ ਹੁੰਦਾ, ਮੰਤਰੀ ਵੀ ਰਿਹਾ ਹੁੰਦਾ, ਉਹ ਦੂਜੀ ਪਾਰਟੀ ਚੱਲ ਜਾਂਦਾ, ਮੁੜ ਕੇ ਕਹਿੰਦਾ ਮੇਰੀ ਆਈਡੀਓਲੋਜੀ ਨਹੀਂ ਸੀ ਇਹ ਕੰਮ ਮੈਨੂੰ ਕਹਿੰਦੀ। ਮਤਲਬ ਆਈਡੀਓਲੋਜੀ ਇਹਨਾਂ ਦਾ ਤਾਂ ਮਾਲ ਇੱਕੋ ਧਰਮ ਆ ਜੀ, ਬਸ ਰੁਪਈਆ ਸਬਕਾ, ਇਸ ਤੋਂ ਨਹੀਂ ਉੱਪਰ। ਮੈਂ ਕਹਣਾ ਹੁਣ ਕਈ ਇਹ ਲੋਕ ਇਹ ਸਵਾਲ ਕਿ ਇਹ ਵਾਕਈ ਕਦੀ ਇਹ ਗੰਦਗੀ ਸਾਫ਼ ਹੋ ਪਾਏਗੀ। ਮੇਰੀ ਨਾ ਇੱਕ ਸਾਬਕਾ 5 ਵਾਰ ਦੇ ਵਿਧਾਇਕ ਰਹਿ ਚੁੱਕੇ ਨੇ, ਹੁਣ ਤੋਂ ਰਾਜਨੀਤੀ ਤੋਂ ਆਲਮੋਸਟ ਸਾਈਡ ਤੇ ਨੇ। ਉਹ ਕਹਿੰਦੇ, ਮੈਂ ਕਿਹਾ ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜਿਆ? ਕਹਿੰਦੇ ਯਾਰ 4 ਕਰੋੜ ਰੁਪਏ ਦੇ ਟਿਕਟ ਵਾਸਤੇ ਮੰਗਦੇ ਆ। ਤੇ ਮੈਂ ਸੋਚ ਰਿਹਾ ਸੀ ਵੀ ਇਲੈਕਸ਼ਨ ਕਮਿਸ਼ਨ ਕਹਿੰਦਾ ਤੁਸੀਂ 30 ਜਾਂ 40 ਲੱਖ ਰੁਪਏ ਖਰਚ ਕਰਨਾ ਹੈ ਤੇ 4-4 ਕਰੋੜ ਰੁਪਏ ਦੇ ਟਿਕਟਾਂ ਲਈ ਲਿਆ ਜਾਂਦਾ ਤੇ ਕੀ ਬਣੂਗਾ ਮੁਲਕ ਦਾ। ਮਤਲਬ ਕੁੱਲ ਮਿਲਾ ਕੇ ਰੱਬ ਹੀ ਰੱਖਾ। ਤੇ ਦੂਜੇ ਪਾਸੇ ਤੁਸੀਂ ਦੇਖੋ ਇੱਕ IAS ਅਧਿਕਾਰੀ ਸੀਗੇ, ਉਹਨਾਂ ਪੂਜਾ ਸਿੰਘਲ, ਪਹਿਲੇ ਉਹਨਾਂ ਦੇ ਆਰੋਪ ਲੱਗੇ ਸੀਗੇ। ਕੱਲ ਉਹਨਾਂ ਦੇ ਕਰੀਬੀਆਂ ਦੇ ਵੀ ਕੁਝ ਛਾਪਾਮਾਰੀ ਹੋਈ, 3 ਕਰੋੜ ਰੁਪਏ ED ਨੇ ਉਥੋਂ ਵੀ ਬਰਾਮਦ ਕੀਤਾ। ਪੰਜਾਬ ਦੇ ਵਿੱਚ ਜਿਹੜੇ ਤੁਸੀਂ ਦੇਖੋ ਕਈ ਐਸੇ ਮੰਤਰੀ ਨੇ ਸਾਬਕਾ ਜਿਹੜੇ ਕਿ ਭ੍ਰਸ਼ਟਾਚਾਰ ਦੇ ਆਰੋਪ 'ਚ ਅੰਦਰ ਨੇ। ਹਾਲਾਂਕਿ ਅਦਾਲਤਾਂ ਨੇ ਉਹਨਾਂ ਨੂੰ ਦੋਸ਼ੀ ਸਾਬਤ ਦੇਣਾ ਹੈ, ਕਰਨਾ ਹੈ ਜਾਂ ਨਹੀਂ ਕਰਨਾ, ਕਿਉਂਕਿ ਬੜੀ ਲੰਬੀ ਪ੍ਰਕਿਰਿਆ ਤੋਂ ਗੁਜ਼ਰਨਾ ਪੈਂਦਾ ਹੈ। ਜਦਕਿ ਇਹ ਵਾਲੇ ਮਾਮਲਿਆਂ ਦੀ ਸੁਣਵਾਈ ਕਿਉਂਕਿ ਜਨਹਿਤ ਨਾਲ ਜੁੜੇ ਹੋਏ ਆ, ਇਹਨਾਂ ਨੇ ਲੋਕਾਂ ਦਾ ਵਿਸ਼ਵਾਸਘਾਤ ਕੀਤਾ ਲੋਕਾਂ ਦੇ ਨਾਲ, ਇਹਨਾਂ ਦੇ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਲੋਕਾਂ ਦੇ ਇਹ ਸਾਹਮਣੇ ਆਉਣਾ ਚਾਹੀਦਾ ਵੀ ਇਹ ਵਾਕਈ ਇਹਨਾਂ ਨੇ ਲੁੱਟਿਆ ਕਿ ਇਹਨਾਂ ਨੂੰ ਫਸਾਇਆ ਗਿਆ। ਹੁਣ ਇੱਕ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਜਿਹੜੇ ਮਾਮਲੇ 'ਚ ਸੁੰਦਰ ਸ਼ਾਮ ਅਰੋੜਾ ਅੰਦਰ 50 ਲੱਖ ਰੁਪਏ ਰਿਸ਼ਵਤ ਇੱਕ AIG ਨੂੰ ਦੇਣ ਗਏ ਸੀਗੇ, ਉਹ ਜਿਹੜੇ ਪਲਾਟਾਂ ਦਾ ਰੌਲਾ ਪਿਆ ਸੀ, 125 ਇੱਕ ਜਿਹੜੇ ਪਲਾਟ ਬਣਾਤੇ ਗਏ, ਉਹ 125 ਪਲਾਟ ਕਿੰਨੇ ਲਏ ਕਿੰਨੇ ਨਹੀਂ ਲਏ ਸਭ ਹਵਾ, ਕੁਝ ਰਿਪੋਰਟ ਸਾਹਮਣੇ ਨਹੀਂ ਆਈ। ਮਤਲਬ ਕੁੱਲ ਮਿਲਾ ਕੇ ਭ੍ਰਸ਼ਟਾਚਾਰ ਜਿਹੜਾ ਨਾ ਇੱਕ ਘੁਣ ਵਾਂਗੂ ਸਾਡੇ ਮੁਲਕ ਨੂੰ, ਸਾਡੇ ਸਮਾਜ ਨੂੰ ਖਾ ਰਿਹਾ। ਹੁਣ ਤੁਸੀਂ ਦੇਖੋ ਜਿਹੜੀ ਟਿੱਪਣੀ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਨੇ, ਉਹਨਾਂ ਦਾ ਕਹਿਣਾ ਹੈ ਸੰਵਿਧਾਨਿਕ ਅਦਾਲਤਾਂ ਦਾ ਦੇਸ਼ ਦੇ ਲੋਕਾਂ ਦੇ ਪ੍ਰਤੀ ਕਰਤੱਵ ਹੈ ਕਿ ਉਹ ਭ੍ਰਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਦਿਖਾਉਣ। ਜਿਵੇਂ ਆਪਣੀ ਸਰਕਾਰ ਕਹਿ ਰਹੀ ਹੈ ਵੀ ਜ਼ੀਰੋ ਟੋਲਰੈਂਸ, ਇਮਾਨਦਾਰ ਕੱਟੜ ਇਮਾਨਦਾਰ, ਉਹ ਵੱਖਰੀ ਗੱਲ ਹੈ ਕਿ ਇਹਨਾਂ ਦੇ ਵੀ ਕਈ ਬੰਦੇ 4-4 ਲੱਖ ਮੰਗੀ ਜਾਂਦੇ ਤੇ ਮੁੜ ਕੇ ਅੰਦਰ ਹੈ। ਹੁਣ ਸੁਪਰੀਮ ਕੋਰਟ ਨੇ ਸੁਣਵਾਈ ਹੋ ਰਹੀ ਸੀ ਕਿ ਕਿਸੇ ਨੇ ਆਪਣੀ ਬਣਾਏ ਹੈ ਇਨਕਮ ਤੋਂ ਵੱਧ ਜਿਹੜੀ ਇਹ ਬਣਾਈ ਹੈ, ਜਸਟਿਸ S ਰਵਿੰਦਰ ਭੱਟ ਤੇ ਜਸਟਿਸ ਦੀਪੰਕਰ ਦੱਤਾ, ਉਹਨਾਂ ਦੀ ਇਹ ਬੈਂਚ ਸੁਣਵਾਈ ਕਰ ਰਹੀ ਸੀ। ਛੱਤੀਸਗੜ੍ਹ ਹਾਈ ਕੋਰਟ ਨੇ ਇੱਕ ਆਦੇਸ਼ ਦਿੱਤਾ ਸੀ, ਉਹਦੇ ਤੇ ਇਹਨਾਂ ਨੇ ਟਿੱਪਣੀ ਕੀਤੀ ਹੈ। ਛੱਤੀਸਗੜ੍ਹ ਨੇ ਇੱਕ ਸਾਬਕਾ ਪ੍ਰਿੰਸੀਪਲ ਸੈਕਟਰੀ ਅਮਨ ਸਿੰਘ ਤੇ ਉਹਨਾਂ ਦੀ ਘਰਵਾਲੀ ਦੇ ਜਿਹੜਾ ਮਾਮਲਾ ਦਰਜ ਹੈ, ਉਹਨਾਂ ਨੇ ਇਨਕਮ ਤੋਂ ਵੱਧ ਜਿਹੜੀ ਆਪਣੀ ਜਿਹੜੀ ਜਨਰੇਟ ਕੀਤੀ ਹੈ, FIR ਬਣੀ ਸੀ ਤੇ ਉਹਨੂੰ ਰੱਦ ਕਰਤਾ ਸੀ। ਪਰ ਇਹਨਾਂ ਨੇ ਕਿਹਾ ਵੀ ਅਸੀਂ ਅੱਖਾਂ ਨਹੀਂ ਮੀਟ ਸਕਦੇ। ਭ੍ਰਸ਼ਟਾਚਾਰ ਇੱਕ ਐਸੀ ਬਿਮਾਰੀ ਹੈ ਜਿਹਨੇ ਕਹਿੰਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਸ਼ਾਸਨ ਦੀ ਗਤੀਵਿਧੀਆਂ ਜਿਹੜੀਆਂ ਉਹ ਖੇਤਰ ਤੱਕ ਹੀ ਸੀਮਿਤ ਨਹੀਂ ਹੈਗੀਆਂ। ਅਫਸੋਸ ਦੀ ਗੱਲ ਹੈ ਕਿ ਜ਼ਿੰਮੇਦਾਰ ਨਾਗਰਿਕ ਆਪ ਨੂੰ ਕਹਿੰਦੇ ਨੇ, ਪਰ ਇਹ ਉਹਨਾਂ ਦੇ ਜੀਣ ਦਾ ਇੱਕ ਤਰੀਕਾ ਬਣ ਗਿਆ ਭ੍ਰਸ਼ਟਾਚਾਰ ਕਰਨਾ। ਮਤਲਬ ਇੱਥੋਂ ਤੱਕ ਟਿੱਪਣੀਆਂ ਕਰਨੀਆਂ ਪੈ ਰਹੀਆਂ। ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਪੂਰੇ ਸਮੁਦਾਇ ਲਈ ਇਹ ਸ਼ਰਮ ਦੀ ਗੱਲ ਹੈ ਤੇ ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਮਨ ਦੇ ਵਿੱਚ ਜਿਹੜੇ ਉੱਚੇ ਆਦਰਸ਼ ਸੀ
ਉਹਦੇ ਪਾਲਣ ਕਰਨ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਮਾਜ ਦੇ ਵਿੱਚ ਨੈਤਿਕ ਮੁੱਲ ਜਿਹੜੇ ਉਹ ਤੇਜ਼ੀ ਨਾਲ ਘਟ ਰਹੇ ਨੇ ਤੇ ਜੇ ਭ੍ਰਸ਼ਟਾਚਾਰੀ ਕਾਨੂੰਨ ਲਾਗੂ ਕਰਨ ਵਾਲੇ ਜਿਹੜੇ ਧੋਖਾ ਦੇਣ 'ਚ ਸਫਲ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਵੀ ਡਰ ਨਹੀਂ ਰਹੇਗਾ ਕਿ ਕੱਲ ਸਾਨੂੰ ਫੜਿਆ ਜਾਏਗਾ, ਸਾਡੇ ਤੇ ਕੋਈ ਕਾਰਵਾਈ ਹੋਏਗੀ। ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਨੇ ਨੂੰ ਇਹ ਟਿੱਪਣੀ ਕਰੀ। ਵੈਸੇ ਤੇ ਅਸੀਂ ਕਈ ਵਾਰੀ ਕਿਹਾ ਵੀ ਲੋਕਾਂ ਨੂੰ ਹੁਣ ਜਿਹੜੀ ਨਿਆਂ ਦੀ ਉਮੀਦ ਹੈ ਨਾ, ਸੁਪਰੀਮ ਕੋਰਟਾਂ ਕੋਈ ਰਹਿ ਗਈ ਹੈ ਤੇ ਹਰ ਬੰਦਾ ਕੋਰਟ 'ਚ ਜਾ ਵੀ ਨਹੀਂ ਸਕਦਾ ਕਿਉਂਕਿ ਨਿਆਂ ਪ੍ਰਕਿਰਿਆ ਇੱਕ ਬਹੁਤ ਲੰਬੀ ਹੈ। ਇਹ ਸਾਡੀ ਅਸੀਂ ਤਾਂ ਹਮੇਸ਼ਾ ਬੇਨਤੀ ਕਰਦੇ ਹਾਂ ਮਾਨਯੋਗ ਕੋਰਟਾਂ ਨੂੰ ਵੀ ਕੋਈ ਨਾ ਕੋਈ, ਕਿਉਂਕਿ ਰਾਜਨੀਤੀ ਜਿਨ੍ਹਾਂ ਨੇ ਕਾਨੂੰਨਾਂ 'ਚ ਬਦਲਾਅ ਲਾਣੇ ਹੁੰਦੇ, ਦੇਖੋ ਨਾ ਕਿਸ ਤਰ੍ਹਾਂ ਕੋਲੇਜੀਅਮ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਕਿਸ ਤਰ੍ਹਾਂ ਟਕਰਾਅ ਚੱਲ ਰਿਹਾ। ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਸਿੰਘ ਕੁਝ ਕਹਿ ਰਹੇ ਨੇ, ਆਪਣੇ ਜਿਹੜੇ ਮਿਨਿਸਟਰ ਸਾਹਿਬ ਕੁਝ ਕਹਿੰਦੇ ਆ, ਤੇ ਇਸ ਕਰਕੇ ਜਿਹੜੀਆਂ ਕੋਰਟਾਂ ਨੂੰ ਜਿਹੜੇ ਜਲਦ ਐਕਸ਼ਨ ਲੈਣੇ ਚਾਹੀਦੇ, ਜਿਹੜੇ ਪੈਂਡਿੰਗ ਕੇਸ ਉਹਨਾਂ ਦਾ ਛੇਤੀ ਨਿਪਟਾਰਾ ਕਰਨਾ ਚਾਹੀਦਾ। ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਵੀ ਕਹਿੰਦੇ ਵੀ ਪਰੀਆਂ ਦੀਆਂ ਕਹਾਣੀਆਂ ਵਰਗੀਆਂ ਕੋਈ ਜਾਦੂ ਦੀ ਛੜੀ ਮੌਜੂਦ ਨਹੀਂ ਗੀ ਜਿਹਦੇ ਨਾਲ ਚੁਟਕੀ ਵਜਾਉਂਦੇ ਲਾਲਚ ਨੂੰ ਖਤਮ ਕੀਤਾ ਜਾ ਸਕੇ। ਇਹ ਕਹਿੰਦੇ ਵੀ ਇਹਦਾ ਅਦਾਲਤਾਂ ਦਾ ਵੀ ਕਰਤੱਵ ਹੈ ਤੇ ਭ੍ਰਸ਼ਟਾਚਾਰ ਦੇ ਪ੍ਰਤੀ ਉਹ ਜ਼ੀਰੋ ਟੋਲਰੈਂਸ ਵਿਖਾਉਣ ਤੇ ਅਪਰਾਧੀਆਂ ਦੇ ਖਿਲਾਫ ਕੜੀ ਕਾਰਵਾਈ ਕਰਨ। ਤੇ ਦੂਜੇ ਪਾਸੇ 40-40 ਲੱਖ 80 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਬੰਦੇ ਹੈਗੇ, ਹਰ ਚੀਜ਼ 'ਚ ਕਮਿਸ਼ਨ ਭਾਲਦੇ ਆ। ਗਰੀਬਾਂ ਦਾ ਰਾਸ਼ਨ ਇਹ ਖਾ ਗਏ, ਵਿਧਵਾਵਾਂ ਦੀ ਪੈਨਸ਼ਨ ਇਹ ਖਾ ਗਏ। ਮਤਲਬ ਕੁੱਲ ਮਿਲਾ ਕੇ ਜਿਹੜਾ ਉਹ ਕਹਿੰਦੇ ਨਾ ਵੀ ਮੇਰਾ ਭਾਰਤ ਮਹਾਨ, 100 में से 99 ਬੇਈਮਾਨ, ਰੱਬ ਹੀ ਰੱਖਾ। ਡਾਕਟਰ ਸਾਹਿਬ, ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਮਾਮਲਾ ਸੁਲਝਾ ਲਿਆ ਗਿਆ ਜਿਹੜਾ ਕਿ ਪਿਛਲੇ ਕੁਝ ਦਿਨਾਂ 'ਚ ਇੱਕ ਲੜਕੀ ਸੀਗੀ ਜਿਹੜੀ ਸਿੱਕਮ ਤੋਂ ਆਉਂਦੀ ਹੈ ਬਾਰਡਰ ਤੇ ਰੀਟਰੀਟ ਸੈਰੇਮਨੀ ਵੇਖਣ, ਤੇ ਜਦੋਂ ਵਾਪਸ ਆ ਰਹੀ ਹੁੰਦੀ ਹੈ ਤੇ ਉਸ ਦੌਰਾਨ ਇੱਕ ਦੋ ਸਨੈਚਰ ਆਉਂਦੇ ਆ, ਉਹਦਾ ਪਰਸ ਖੋਹਦੇ ਆ ਤੇ ਉਹ ਪਰਸ ਖੋਹਣ ਦੇ ਦੌਰਾਨ ਉਹ ਬਾਹਰ ਡਿੱਗ ਪੈਂਦੀ ਹੈ, ਆਟੋ ਵਿੱਚੋਂ ਬਾਹਰ ਡਿੱਗ ਤੇ ਉਹਦੀ ਮੌਤ ਹੋ ਜਾਂਦੀ ਹੈ। ਉਹਦਾ ਅੱਜ ਮਾਮਲਾ ਸੁਲਝਾ ਲਿਆ। ਇਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਹਦੇ ਵੀ ਸਨੈਚਰਾਂ ਵੱਲੋਂ ਇੱਕ ਪਰਸ ਖੋਇਆ ਜਾਂਦਾ, ਇੱਕ ਬੱਚਾ ਨਾਲ ਉਹਦੀ ਮਾਂ ਦਾ, ਉਹ ਜਾ ਰਹੇ ਹੁੰਦੇ ਆ ਸਕੂਟੀ ਦੇ ਤੇ ਉਹਨਾਂ ਦਾ ਪਰਸ ਖੋਹਣ ਦੇ ਦੌਰਾਨ ਬੈਲੈਂਸ ਵਿਗੜ ਜਾਂਦਾ, ਜਿਸ ਕਾਰਨ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ। ਦੇਖੋ ਇਹ ਸਾਡੀ ਸਮਾਜ ਦਾ ਘਿਨੌਣਾ ਸੱਚ ਹੈ ਕਿ ਸਨੈਚਿੰਗ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ। ਕਿਸੇ ਨਾਲ ਗੱਲ ਕਰੀਏ ਤੇ ਕਹਿੰਦੇ ਵੀ ਬੇਰੁਜ਼ਗਾਰੀ ਸਮੱਸਿਆ ਹੈ, ਨਸ਼ਾ ਸਮੱਸਿਆ ਹੈ, ਪਰ ਭਲੇ ਉਹ ਲੋਕੋ ਸਮੱਸਿਆ ਇਹ ਵੀ ਹੈ ਵੀ ਜਿਹੜਾ ਬੰਦਾ ਅਪਰਾਧ ਕਰਦਾ ਉਹਨੂੰ ਉਸ ਅਪਰਾਧ ਦੀ ਪੂਰੀ ਸਜ਼ਾ ਜਾਂ ਅਸੀਂ ਦਿਵਾਨ 'ਚ ਕਾਮਯਾਬ ਹੋ ਜਾਂਦੇ ਹਾਂ, ਉਹ ਫਿਰ ਹੈਬਚੁਅਲ ਕ੍ਰਿਮੀਨਲ ਬਣ ਜਾਂਦਾ, ਵਾਰ-ਵਾਰ ਅਪਰਾਧ ਕਰਦਾ, ਫਿਰ ਉਹਨੂੰ ਜਿਹੜੀਆਂ ਜ਼ਮਾਨਤਾਂ ਦਿੱਤੀਆਂ ਜਾਂਦੀਆਂ। ਸਾਡੀ ਹੱਥ ਜੋੜ ਕੇ ਮਾਨਯੋਗ ਅਦਾਲਤਾਂ ਨੂੰ ਵੀ ਇਹ ਬੇਨਤੀ ਹੈ ਵੀ ਜਿਹੜਾ ਬੰਦਾ ਹੈਬਚੁਅਲ ਕ੍ਰਿਮੀਨਲ ਹੁੰਦਾ ਉਹਨੂੰ ਵਾਰ-ਵਾਰ ਜ਼ਮਾਨਤ ਦੇਣਾ ਵੈਸੇ ਹੀ ਖਤਰਨਾਕ ਹੈ, ਕਿਉਂਕਿ ਉਹ ਤੇ ਜਾ ਕੇ ਕਿਸੇ ਦਾ ਨੁਕਸਾਨ ਕਰੇਗਾ ਤੇ ਜਿਹਦਾ ਨੁਕਸਾਨ ਕਰੇਗਾ ਹੋ ਸਕਦਾ ਉਹਦਾ ਇੱਕ ਬੱਚਾ ਹੋਇਆ। ਜਿਹੜੀ ਤੁਸੀਂ ਗੱਲ ਕੀਤੀ ਹੈ, ਪਹਿਲੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਜਿਹੜੀ ਤੁਸੀਂ ਹੁਸ਼ਿਆਰਪੁਰ ਦੀ ਗੱਲ ਕੀਤੀ ਹੈ, ਇਹ ਲੇਡੀ ਹੈ ਪ੍ਰਭਜੋਤ ਕੌਰ, ਠੀਕ ਹੈ, ਉਹਦਾ ਬੱਚਾ ਨਾਲ ਆਂਦਾ ਹੈ ਵੀ ਕਿਸ ਤਰ੍ਹਾਂ ਉਹ ਛੋਟਾ ਬੱਚਾ 7 ਸਾਲ ਦਾ ਹੈ, ਉਹ ਜਾ ਰਹੇ ਹੁੰਦੇ ਹੈ ਤੇ ਸਨੈਚਰ ਉਹਦਾ ਪਰਸ ਖਿੱਚਦੇ, ਦੋ ਮੋਟਰਸਾਈਕਲ ਤੇ ਆਉਂਦੇ ਹੈ ਤੇ ਉਹ ਬੈਲੈਂਸ ਵਿਗੜ ਜਾਂਦਾ ਸਕੂਟੀ ਦਾ, ਤੇ ਉਹ ਸਕੂਟੀ ਜਿਹੜੀ ਉਹਦਾ ਬੈਲੈਂਸ ਵਿਗੜਦਾ ਤੇ ਟਰਾਲੀ ਦੇ ਨਾਲ ਉਹ ਵੱਜਦੀ ਹੈ ਤੇ ਜਿੱਥੇ ਉਹਦੇ ਨਾਲ ਮੌਤ ਹੋ ਜਾਂਦੀ ਹੈ ਗੁਰਪ੍ਰੀਤ ਸਿੰਘ ਦੀ ਤੇ ਗਗਨਦੀਪ ਕੌਰ ਦੀ। ਇਹ ਜਿਹੜੀ ਤੀਜੀ ਇਹ ਵੀ ਲੇਡੀ ਸੀ ਪ੍ਰਭਜੋਤ ਕੌਰ, ਇਹਨੇ ਇਹ ਸਾਖੀ ਘਟਨਾ ਦੀ ਇਹਨੇ ਜਾਣਕਾਰੀ ਦਿੱਤੀ ਹੈ। ਹੁਣ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਉਹ ਫੜੇ ਜਾਣ, ਉਹਨਾਂ ਨੂੰ ਕੁਝ ਦਿਨ ਵਾਸਤੇ ਅੰਦਰ ਵੀ ਹੋ ਜਾਣ ਤੇ ਉਸ ਤੋਂ ਬਾਅਦ ਜੋ ਵੀ ਲਾਅ ਦੇ ਹਿਸਾਬ ਨਾਲ ਹੀ ਦੇਖੋ ਅਦਾਲਤਾਂ ਨੇ ਜ਼ਮਾਨਤ ਦੇਣੀ ਨਾ। ਅਸੀਂ ਤੇ ਬਾਰ-ਬਾਰ ਕਹਿੰਦੇ ਹਾਂ ਵੀ ਲਾਅ ਸਖਤ ਹੋਣੇ ਚਾਹੀਦੇ ਹੈ। ਕਿ ਦੂਜੀ ਗੱਲ ਤੁਸੀਂ ਕੀਤੀ ਅੰਮ੍ਰਿਤਸਰ, ਉਹ ਲੜਕੀ ਸੀਗੀ ਸਿੱਕਮ ਤੋਂ, ਆਪਣੇ ਇੱਕ ਦੋਸਤ ਦੇ ਨਾਲ ਉਹ ਪਿਛਲੇ ਮਹੀਨੇ 3 ਫਰਵਰੀ ਨੂੰ ਰੀਟਰੀਟ ਸੈਰਾਮਨੀ ਦੇਖ ਕੇ ਵਾਪਸ ਆ ਰਹੀ ਸੀ ਬਾਰਡਰ ਨੂੰ, ਤੇ ਕਰੀਬ 5:45 ਵਜੇ ਜਦੋਂ ਘਰਿੰਡਾ ਥਾਣੇ ਦੇ ਕੋਲ ਪਹੁੰਚਦੀ ਹੈ ਤੇ ਉਹਦਾ ਪਰਸ ਖੋਹਦੇ ਆ ਦੋ ਸਨੈਚਰ। ਉਹ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਖੋਹ ਲੈਂਦੇ ਤੇ ਇਸ ਦੌਰਾਨ ਉਹ ਡਿੱਗ ਪੈਂਦੀ, ਉਹਦਾ ਮੂੰਹ ਵੱਜਦਾ ਸੜਕ ਤੇ, ਉਹਦੀ ਮੌਤ ਹੋ ਜਾਂਦੀ ਹੈ, ਹਸਪਤਾਲ ਜਾ ਕੇ ਉਹਨੇ ਮਰ ਜਾਂਦੀ ਹੈ। ਤੇ ਪੁਲਿਸ ਕਾਫੀ ਰੌਲਾ ਪੈਂਦਾ ਵੀ ਕਿਸ ਤਰ੍ਹਾਂ ਕੌਣ ਇੱਥੇ ਜਿਹੜਾ ਕੋਈ ਟੂਰਿਸਟ ਆਏਗਾ। ਉਹ ਲਾਅ ਦੀ ਸਟੂਡੈਂਟ ਹੁੰਦੀ ਹੈ ਲੜਕੀ ਜਿਹੜੀ ਹੈ, ਦੇਖੋ ਨਾ ਉਹਨੇ ਇੱਕ ਕੀ ਸੰਦੇਸ਼ ਦਿੱਤਾ ਹੋਣਾ ਹੈ ਜਿਹੜੇ ਉਸ ਦੇ ਪਰਿਵਾਰ ਨੇ ਵੀ ਨਾ ਜਾਇਓ ਉੱਥੇ ਪੰਜਾਬ ਦੇ ਵਿੱਚ, ਤੇ ਉੱਥੇ ਤੇ ਹਾਲਾਤ ਨੇ ਬਣੇ ਹੋਏ। ਹੁਣ ਮਾਮਲਾ ਪੁਲਿਸ ਨੇ ਫੜ ਲਿਆ, ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਦਿਹਾਤ ਪੁਲਿਸ ਨੇ, ਉਹਨਾਂ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੁੜੀ ਦਾ ਮੋਬਾਈਲ ਤੇ ਪਰਸ ਵੀ ਉਹਦੇ ਕੋਲ ਬਰਾਮਦ ਕਰ ਲਿਆ। ਇਹ ਨਾਰਾਇਣਗੜ੍ਹ ਰਹਿਣ ਵਾਲਾ ਦਾ ਸ਼ਮਸ਼ੇਰ ਸਿੰਘ ਸ਼ੇਰਾ, ਤੇ ਇੱਥੇ ਸ਼ਾਇਦ ਹੋਰ ਵੀ ਮਾਮਲੇ ਦਰਜ ਨੇ, ਇੱਕ ਸਾਥੀ ਦਾ ਹੋਰ ਹੈ ਉਹ ਜੇ ਫਰਾਰ ਚੱਲ ਰਿਹਾ। ਹੁਣ ਮੈਂ ਇਹਦੇ ਤੇ ਮਾਮਲਾ ਦਰਜ ਕੀਤਾ ਗਿਆ 304 ਤੇ 379 ਦਾ
ਗੱਲ ਫਿਰ ਉਹੀ ਹੈ ਵੀ ਸਾਡੇ ਜਦੋਂ ਕਾਨੂੰਨ ਬਣੇ ਸੀ ਉਦੋਂ ਸਮਾਜ ਦੀ ਲੋੜ ਹੋਰ ਸੀ। ਅੱਜ ਸਮਾਜ ਜਿਹੜਾ ਅਜੀਬ ਸਥਿਤੀਆਂ ਤੋਂ ਗੁਜ਼ਰ ਰਿਹਾ ਮੈਂ ਚੀਫ ਜਸਟਿਸ ਆਫ ਇੰਡੀਆ ਜਿਹੜੇ ਚੰਦਰਚੂੜ ਨੇ ਉਹਨਾਂ ਦਾ ਸੁਣ ਰਿਹਾ ਸੀਗਾ। ਉਹਨਾਂ ਨੇ ਕਿਤੇ ਕਿਹਾ ਵੀ ਜਦੋਂ ਸੰਵਿਧਾਨ ਬਣਿਆ ਸੀਗਾ ਉਦੋਂ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇਹੋ ਜਿਹੀ ਸਮਾਜ ਦੇ ਵਿੱਚ ਕੁਰੀਤੀਆਂ ਵੀ ਆ ਜਾਣਗੀਆਂ ਵੀ ਰਾਹ ਚੱਲਦਿਆਂ ਬੰਦੇ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ। ਸੋਸ਼ਲ ਮੀਡੀਆ ਦੀ ਉਦੋਂ ਕਲਪਨਾ ਹੀ ਨਹੀਂ ਸੀ ਕੀਤੀ ਜਾ ਸਕਦੀ ਵੀ ਇੰਟਰਨੈਟ ਦਾ ਦੌਰ ਵੀ ਕਦੀ ਆਏਗਾ ਇਸ ਤਰ੍ਹਾਂ, ਕਿਉਂਕਿ ਪਹਿਲੇ ਤੇ ਜਦੋਂ ਸੰਵਿਧਾਨ ਬਣਿਆ ਹਾਲਾਂਕਿ ਇਹ ਬੜਾ ਮਹੱਤਵਪੂਰਨ ਦਸਤਾਵੇਜ਼ ਲੋਕਤੰਤਰ ਦਾ, ਪਰ ਹੁਣ ਕਈ ਚੀਜ਼ਾਂ ਦੇ ਇਹਦੇ 'ਚ ਬਦਲਣ ਦੀ ਲੋੜ ਕਾਨੂੰਨ 'ਚ ਇਸ ਕਰਕੇ ਲੋੜ ਹੈ ਕਿਉਂਕਿ ਬਹੁਤ ਸਾਰੇ ਕਾਨੂੰਨ ਐਸੇ ਨੇ ਜਿਹੜੇ ਅੰਗਰੇਜ਼ਾਂ ਵੇਲੇ ਬਣਾਏ ਗਏ। ਹੁਣ ਦੇਖੋ ਨਾ, ਮੈਂ ਕੱਲ ਇੱਕ ਪੜ੍ਹ ਰਿਹਾ ਸੀ ਕਿ ASI ਨੇ ਸ਼ਰਾਬੀ ਹੋਏ ਇੱਕ ਕਾਰ ਨਾਲ NRI ਦੇ ਬੱਚੇ ਨੂੰ ਟੱਕਰ ਮਾਰਤੀ, ਉਹ ਵਿਚਾਰਾ ਗੰਭੀਰ ਹਾਲਤ 'ਚ ਜ਼ਖਮੀ ਹੈ। ਹੁਣ ਕੱਲ ਅੰਮ੍ਰਿਤਸਰ ਦੀ ਘਟਨਾ ਹੈ, ਇੱਕ ਨੌਜਵਾਨ ਪੁਲਿਸ ਨੂੰ ਗਾਲਾਂ ਕੱਢੀ ਜਾਂਦਾ ਹੈ। ਮਤਲਬ ਇਹੋ ਹੀ, ਕਿਉਂਕਿ ਡਰ ਨਹੀਂ ਰਹਿ ਗਿਆ, ਉਹ ਕਹਿੰਦਾ ਵੀ ਕੀ ਕਰ ਲੂਗਾ, ਬੜੀਆ ਜੇਲ੍ਹ ਭੇਜ, ਉੱਥੋਂ ਮੈਂ ਜਮਾਨਤ ਕਰਾ ਕੇ ਆ ਜਾਊਂਗਾ। ਵੀ ਇੱਕ ਪੂਰੀ ਇਹਦੀ ਸਿਸਟਮ ਦੀ ਓਵਰਹਾਲਿੰਗ ਦੀ ਲੋੜ ਹੈ। ਬਹੁਤ ਸਾਰੇ ਰਿਸਰਚ ਸੈਂਟਰ ਨੇ, ਬਹੁਤ ਸਾਰੇ ਸਕਾਲਰਸ ਨੇ, ਬੱਚੇ ਨੇ, ਸਾਡੀ ਯੂਨੀਵਰਸਿਟੀ ਹੈ, ਉਹਨਾਂ ਦੀ ਡਿਊਟੀ ਲਾਈ ਜਾਵੇ, ਉਹ ਇੱਕ ਸੰਖੇਪ ਦੇ ਵਿੱਚ ਜਿਹੜੀ ਰਿਪੋਰਟ ਬਣਾ ਕੇ ਦੇਣ, ਉਹਦੇ ਤੇ ਚਰਚਾ ਹੋਵੇ ਪਾਰਲੀਮੈਂਟ ਦੇ ਵਿੱਚ। ਉਹਨਾਂ ਨੂੰ ਲੱਗੇ, ਦੇਖੋ ਨਾ ਬਹੁਤ ਸਾਰੇ ਪਾਰਲੀਮੈਂਟ 'ਚ ਵਿਧਾਨ ਸਭਾਵਾਂ ਦੇ ਵਿੱਚ ਉਹ ਲੋਕ ਬੈਠੇ ਨੇ ਜਿਨ੍ਹਾਂ ਦੇ ਉੱਪਰ ਗੰਭੀਰ ਆਰੋਪਾਂ ਦੇ ਮਾਮਲੇ ਦਰਜ ਨੇ। ਹੁਣ ਦੇਖੋ ਇੱਕ ਬੰਦੇ ਨੇ PM ਦੀ ਨੌਕਰੀ ਲੈਣੀ ਹੋਵੇ ਤੇ ਉਹਦੇ ਤੇ ਕੋਈ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ, ਇਹ ਵਾਰੀ-ਵਾਰੀ ਜਿੱਤੇ ਜਾਂਦੇ ਨੇ। ਮਤਲਬ ਹਾਲਤ ਸਮਝ ਤੋਂ ਪਰੇ ਹੈ। ਹੁਣ ਇਹਨੂੰ ਬੰਦਾ ਫੜਿਆ ਗਿਆ, ਹੁਣ ਅਸਾਮ ਤੋਂ ਕਿਹੜਾ ਇੱਥੇ ਉਹ ਕੁੜੀ ਦਾ ਕੇਸ ਲੜਨ ਆਏਗਾ, ਕਦੋਂ ਇਹਨਾਂ ਨੂੰ ਸਜ਼ਾ ਹੋਏਗੀ ਕਿ ਨਹੀਂ ਹੋਏਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਹਾਲਾਤ ਜਿਹੜੇ ਹੈ ਉਹ ਠੀਕ ਨਹੀਂ ਹੈ, ਤਦੇ ਤੇ ਇੱਥੋਂ ਨੌਜਵਾਨ ਬਾਹਰ ਭੱਜ ਰਿਹਾ। ਜਿਹੜਾ ਪਰਿਵਾਰ ਵੀ ਕਹਿੰਦਾ ਕਿ ਆਪਣੇ ਬੱਚੇ ਨੂੰ ਬਾਹਰ ਹੀ ਭੇਜ ਦਿਓ, ਚੰਗਾ ਇੱਥੇ ਨਾ ਹੀ ਰੱਖੀਏ। ਪਟਨਾਰੀ ਸਾਹਿਬ, ਪੰਜਾਬ ਸਰਕਾਰ ਐਕਸਾਈਜ਼ ਪਾਲਿਸੀ ਵਿੱਚ ਬਦਲਾਵ ਕਰਨ ਦੀ ਤਿਆਰੀ ਕਰ ਰਹੀ ਹੈ ਜੀ। ਇਸੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਦਿੱਲੀ ਵਿੱਚ ਮਨੀਸ਼ ਸਿਸੋਦੀਆ ਜੀ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਦੇਖੋ ਕੱਲ ਤੁਹਾਨੂੰ ਯਾਦ ਹੋਣਾ ਕਿ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਤੇ ਕਹਿੰਦੇ ਆ ਵੀ ਐਕਸਾਈਜ਼ ਪਾਲਿਸੀ ਦੀ ED ਨੂੰ ਇੱਥੇ ਵੀ CBI ਨੂੰ ਤੇ ਜਾਂਚ ਕਰਨੀ ਚਾਹੀਦੀ ਹੈ। ਉਹ ਕਿਸ ਤਰ੍ਹਾਂ ਮਨੀਸ਼ ਸਿਸੋਦੀਆ ਇਸ ਵੇਲੇ CBI ਰਿਮਾਂਡ 'ਚ ਨੇ, ਅੱਜ ਉਹਨਾਂ ਨੂੰ ਪੇਸ਼ ਵੀ ਕੀਤਾ ਜਾਣਾ। ਹੁਣ ਪਤਾ ਨਹੀਂ ਉਹਨਾਂ ਨੂੰ ਅੱਗੋਂ ਰਿਮਾਂਡ ਤੇ ਭੇਜਿਆ ਜਾਂਦਾ ਹੈ, ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਵੈਸੇ ਤੇ ਮੇਰੀ ਜਾਣਕਾਰੀ ਦੇ ਮੁਤਾਬਿਕ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੀ ਇੱਕ ਬੇਲ ਐਪਲੀਕੇਸ਼ਨ ਵੀ ਮੂਵ ਕੀਤੀ ਹੈ ਕਿਉਂਕਿ ਸੁਪਰੀਮ ਕੋਰਟ 'ਚ ਗਏ ਸੀ, ਸੁਪਰੀਮ ਕੋਰਟ 'ਚੋਂ ਤਾਂ ਮਨਾ ਕਰਤਾ ਗਿਆ ਸੀਗਾ। ਹੁਣ ਹਰਪਾਲ ਸਿੰਘ ਚੀਮਾ ਹੈ, ਉਹਨਾਂ ਦਾ ਕਹਿਣਾ ਕਿ ਵੀ ਅਸੀਂ ਜਿਹੜਾ ਐਕਸਾਈਜ਼ ਪਾਲਿਸੀ ਹੈ ਉਹ ਜਿਹੜਾ 3000 ਕਰੋੜ ਰੁਪਏ ਦਾ ਜਿਹੜਾ ਰਾਜਸਵ ਅਸੀਂ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਇਹਦੇ 'ਚ। ਇਹਦਾ ਮਤਲਬ ਸਾਡੀ ਜਿਹੜੀ ਪਾਲਿਸੀ ਚੰਗੀ ਸੀਗੀ। ਹੁਣ ਕਹਿੰਦੇ ਆ ਵੀ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਹ ਆਰੋਪ ਲੱਗਦੇ ਸੀ ਵੀ ਕੁਝ ਸ਼ਰਾਬ ਦੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ 30 ਕਰੋੜ ਰੁਪਏ ਦਾ ਇੱਕ ਜਿਹੜਾ ਗਰੁੱਪ ਜਿਹੜਾ ਉਹ ਬਣਾਤਾ ਗਿਆ ਵੀ ਜਿਹਦੀ 30 ਕਰੋੜ ਰੁਪਏ ਦੀ ਸੇਲ ਹੋਏਗੀ ਉਹਨੂੰ ਹੀ ਮਿਲੇਗੀ ਠੇਕਾ, ਨਹੀਂ ਤੇ ਨਹੀਂ। ਫਿਰ ਇਹ ਕਿਸ ਤਰ੍ਹਾਂ ਇਹਨਾਂ ਦਾ ਸਿਸਟਮ, ਤੁਹਾਨੂੰ ਯਾਦ ਹੋਣਾ ਕਿੱਥੇ ਬੜਾ ਰੌਲਾ ਪਿਆ ਸੀਗਾ ਅੰਮ੍ਰਿਤਸਰ ਦੇ ਇੱਕ ਪੈਲੇਸ ਦੇ ਵਿੱਚ ਲੜਾਈ ਹੁੰਦੀ ਜਦੋਂ NRI ਦਾ ਫੰਕਸ਼ਨ ਚੱਲਦਾ ਹੁੰਦਾ ਵੀ ਇੱਕ ਠੇਕੇਦਾਰਾਂ ਦੀ ਗੁੰਡਾਗਰਦੀ ਕਿਉਂ ਨਹੀਂ ਖਤਮ ਕਰਦੀ ਸਰਕਾਰ? ਵੀ ਸਰਕਾਰ ਦੀ ਸ਼ਰਾਬ ਹੈ, ਸਰਕਾਰੀ ਸ਼ਰਾਬ ਕਿਸੇ ਮਰਜ਼ੀ ਠੇਕੇ ਤੋਂ ਲਵੇ ਨਾ ਲਵੇ, ਤੁਹਾਡੇ ਘਰ ਫੰਕਸ਼ਨ ਹੈ, ਤੁਸੀਂ ਇੱਥੋਂ ਮਰਜ਼ੀ ਸ਼ਰਾਬ ਲਓ। ਤੇ ਪਰ ਇਹ ਗੁੰਡਾਗਰਦੀ ਨੂੰ ਵੀ ਸਰਕਾਰ ਨੂੰ ਖਤਮ ਕਰਨਾ ਚਾਹੀਦਾ। ਤੁਸੀਂ ਦੇਖੋ ਗੈਂਗਸਟਰਾਂ ਨੇ ਪੈਸਾ ਆਪਣਾ ਸ਼ਰਾਬ ਚਲਾਉਣਾ ਸ਼ੁਰੂ ਕਰਤਾ ਵੀ ਇਹ ਸ਼ਰਾਬ ਦਾ ਧੰਦਾ ਕਿੱਡਾ ਫਾਇਦੇਮੰਦ ਹੈ। ਹੁਣ ਪਿਛਲੇ 10 ਸਾਲਾਂ ਦੇ ਵਿੱਚ ਇਹ ਸਿਰਫ 3 ਜਾਂ ਮੇਰਾ ਖਿਆਲ ਪਹਿਲੇ ਜਦੋਂ ਬਾਦਲ ਸਰਕਾਰ ਸੀ ਉਦੋਂ 3000 ਕਿ 4000 ਕਰੋੜ ਆਉਂਦਾ ਸੀ, ਕੈਪਟਨ ਸਰਕਾਰ ਦੀ ਆ ਗਈ ਤੇ 5500 ਤੋਂ 6000 ਕਰੋੜ ਹੋ ਗਿਆ। ਤੇ ਹੁਣ ਇਹਨਾਂ ਨੇ ਕਿਹਾ ਵੀ 9000 ਕਰੋੜ ਰੁਪਏ ਦੀ ਇਨਕਮ ਉੱਥੋਂ ਹੋਏਗੀ। ਪਰ ਹੁਣ ਫੇਰ ਜਦੋਂ ਰੌਲਾ ਬੜਾ ਪੈ ਰਿਹਾ ਹੁਣ ਕਿ ਦੇਸੀ ਸ਼ਰਾਬ ਦਾ ਕੋਟਾ ਵਧਾਇਆ ਜਾਏਗਾ ਨਹੀਂ ਵਧਾਇਆ ਜਾਏਗਾ, ਇਹ ਸਾਰਾ ਨਵੀਂ ਪਾਲਿਸੀ ਤੇ ਡਿਪੈਂਡ ਹੈ। ਹੁਣ ਕਿਉਂਕਿ ਲਗਾਤਾਰ ਸਰਕਾਰ ਕਰ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਵੀ ਵਿਪਕਸ਼ ਕਹਿ ਰਿਹਾ ਸੀ ਵੀ CBI ਨੂੰ ਤੇ ED ਨੂੰ ਪੰਜਾਬ ਦੇ ਵਿੱਚ ਵੀ ਆ ਕੇ ਇਹ ਸਾਰੀ ਜਾਂਚ ਕਰਨੀ ਚਾਹੀਦੀ, ਕਿਉਂਕਿ ਜਿਸ ਤਰ੍ਹਾਂ ਦਿੱਲੀ ਦੀ ਸ਼ਰਾਬ ਪਾਲਿਸੀ ਬਣੀ ਹੈ ਉਸ ਤਰ੍ਹਾਂ ਹੀ ਪੰਜਾਬ ਦੀ ਪਾਲਿਸੀ ਬਣੀ ਹੈ ਤੇ ਇਹਦੇ ਵਿੱਚ ਬਹੁਤ ਸਾਰਾ ਹੇਰ ਫੇਰ ਹੋਇਆ। ਪਰ ਹੁਣ ਜਦੋਂ ਚੀਮਾ ਸਾਹਿਬ ਦਾ ਮੈਂ ਪੜ੍ਹ ਰਿਹਾ ਸੀ ਇੱਕ ਬਿਆਨ, ਉਹਨਾਂ ਨੇ ਕਿਹਾ ਤਾਂ ਹੈਗਾ ਵੀ ਅਸੀਂ ਇਸੇ ਮਹੀਨੇ ਨਵੀਂ ਪਾਲਿਸੀ ਲਾਉਣ ਦੀ ਤਿਆਰੀ ਕਰ ਰਹੇ ਹਾਂ। ਹੁਣ ਦੇਖੋ ਕੀ ਪਾਲਿਸੀ ਆਉਂਦੀ ਹੈ। ਪਾਲਿਸੀ ਇਹ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਓਪਨ ਸ਼ਰਾਬ ਕਰ ਦਿਓ ਜਾਂ ਪਾਊਚਾਂ ਦੇ ਵਿੱਚ ਸ਼ਰਾਬ ਵੇਚਣੀ ਸ਼ੁਰੂ ਕਰ ਦਿਓ। ਜਿਵੇਂ ਉੱਥੇ ਕਿਹਾ ਸੀਗਾ 32 ਜ਼ੋਨ ਸੀਗੇ ਤੇ 27 ਉੱਥੇ ਠੇਕੇ ਖੁੱਲ੍ਹਣੇ ਸੀਗੇ ਦਿੱਲੀ ਦੇ ਵਿੱਚ 800 ਕਿੰਨੇ ਠੇਕੇ ਖੋਲ੍ਹ ਦਿੱਤੇ ਜਾਣੇ ਸੀਗੇ। ਫਿਰ ਇਹ ਵੀ ਕਿਹਾ ਗਿਆ ਸੀ ਵੀ ਸ਼ਰਾਬ ਦੇ ਠੇਕੇ ਰਾਤ ਤੱਕ ਖੁੱਲ੍ਹੇ ਰਹਿਣ, ਦੇਰ ਰਾਤ ਤੱਕ ਖੁੱਲ੍ਹੇ ਰਹਿਣਗੇ, ਦੇਰ ਤੱਕ ਸ਼ਰਾਬ ਪਿਆਉਣ ਦੀ ਇਜਾਜ਼ਤ ਹੋਏਗੀ। ਉਹ ਭਲੇ ਲੋਕੋ ਸ਼ਰਾਬ ਪੀ ਕੇ ਕੋਈ ਬੰਦਾ ਤੁਹਾਨੂੰ ਤੇ ਆ ਜਾਊਗਾ ਜਿਹੜਾ
ਰੈਵਨਿਊ ਆ ਜਾਏਗਾ, ਪਰ ਆਮ ਬੰਦਾ ਜਿਹੜਾ ਬਰਬਾਦ ਹੋ ਰਿਹਾ, ਜਿਹਨੇ ਆਪਣੇ ਸਾਰਾ ਦਿਨ ਮਿਹਨਤ ਕਰਦਾ, ਆਪਣੇ ਨਿਆਣਿਆਂ ਵਾਸਤੇ ਰੋਟੀ ਖਾਣੀ, ਕੋਈ ਕਿਤਾਬਾਂ ਖਾਣੀਆਂ, ਉਹ ਸ਼ਰਾਬ ਪੀ ਕੇ ਪਿਆ ਰਹਿੰਦਾ। ਇਸ ਕਰਕੇ ਇੱਧਰ ਵੀ ਬਹੁਤ ਸਾਰੀਆਂ ਐਸੀਆਂ ਸਟੇਟਾਂ ਨੇ ਜਿੱਥੇ ਸ਼ਰਾਬ ਤੇ ਪਾਬੰਦੀ ਵੀ ਹੈ, ਵੀ ਕੀ ਉੱਥੇ ਸਰਕਾਰਾਂ ਨੂੰ ਰੈਵਨਿਊ ਨਹੀਂ ਆਉਂਦਾ, ਵੀ ਤੁਸੀਂ ਚੋਰੀ ਰੋਕ ਲਾ ਨਾ, ਕਾਰਪੋਰੇਸ਼ਨ 'ਚ ਜਿੰਨੀ ਚੋਰੀ ਹੁੰਦੀ ਐਮਟੀਪੀ ਡਿਪਾਰਟਮੈਂਟ ਕਰਦਾ, ਉਹ ਰੋਕ ਲਓ, ਤਹਿ ਬਾਜ਼ਾਰੀ ਤੋਂ ਤੁਹਾਨੂੰ ਪੈਸਾ ਆ ਸਕਦਾ, ਉਹ ਰੋਕ ਲਓ। ਇੰਨੇ ਤੁਸੀਂ ਈ ਰਿਕਸ਼ਾ ਫ੍ਰੀ ਪਾਲਿਸੀ ਕਰਤੀ ਹੈ, ਮੇਰੀ ਈ ਰਿਕਸ਼ਾ ਦੇ ਕਾਰਨ ਕੋਈ ਅੰਮ੍ਰਿਤਸਰ ਦੇ ਵਿੱਚ ਗੱਡੀ ਚਲਾਉਣਾ ਔਖਾ ਹੋ ਗਿਆ, ਵੀ ਇੰਨੇ ਈ ਰਿਕਸ਼ਾ ਹੋ ਗਿਆ ਜੀ। ਕਿਹਾ ਤੇ ਸੀਗਾ ਵੀ ਪੋਲੂਸ਼ਨ ਨੂੰ ਕੰਟਰੋਲ ਕਰਾਂਗੇ, ਉਹ ਆਟੋ ਦਾ ਮੁੱਕੇ ਨਹੀਂ, ਇਹ ਨਵੇਂ ਹੋ ਗਏ। ਮਤਲਬ ਛੋਟੀਆਂ ਗੱਲਾਂ ਵੱਲ ਸਰਕਾਰ ਧਿਆਨ ਦੇਵੇ ਜਿੱਥੋਂ ਇਨਕਮ ਜਨਰੇਟ ਹੋ ਸਕਦੀ ਹੈ। ਹੁਣ ਮੈਨੂੰ ਇਹ ਵੀ ਕੋਈ ਦੱਸ ਰਿਹਾ ਸੀਗਾ ਵੀ ਜਿੰਨੀਆਂ ਵੀ ਇਲੀਗਲ ਕਲੋਨੀਜ਼ ਬਣਦੀਆਂ, ਇਲੀਗਲ ਕਲੋਨੀਆਂ ਕੌਣ ਬਣਾਉਂਦਾ? ਆਮ ਬੰਦਾ ਤੇ ਬਣਾਉਂਦਾ ਨਹੀਂ, ਇਹ ਵੱਡੇ ਵੱਡੇ ਫਾਈਨਾਂਸਰ ਨੇ ਜਿਹੜੇ ਸਰਕਾਰਾਂ ਨੂੰ, ਲੀਡਰਾਂ ਨੂੰ ਫਾਈਨਾਂਸ ਕਰਦੇ ਨੇ, ਮੁੜ ਕੇ ਉਹਦੇ ਬਦਲੇ ਗਲਤ ਕੰਮ ਕਰਾਉਂਦੇ ਨੇ। ਹੁਣ ਤੁਸੀਂ ਦੇਖੋ ਨਾ, ਅੰਮ੍ਰਿਤਸਰ ਦਾ ਜਿਹੜਾ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਹੈ, ਉਹ ਜਿਹੜੀਆਂ ਕਾਰਵਾਈਆਂ ਕਰ ਰਿਹਾ, ਕਈ ਬਿਲਡਿੰਗਾਂ ਨੂੰ ਢਾਹ ਰਿਹਾ, ਤੇ ਕਾਰਪੋਰੇਸ਼ਨ ਕੀ ਗੱਲ, ਇੱਥੇ ਕਾਰਪੋਰੇਸ਼ਨ ਦੇ ਅੰਡਰ ਕੋਈ ਇਲੀਗਲ ਕਲੋਨੀ ਨਹੀਂ ਬਣੀ, ਇਹ ਕੀ ਕਰ ਰਹੇ ਹਨ? ਇਲੀਗਲ ਐਡੀਆਂ ਬਿਲਡਿੰਗਾਂ ਖੜੀਆਂ ਹੋ ਗਈਆਂ, ਕਮਰਸ਼ੀਅਲ ਰੈਜ਼ੀਡੈਂਸ਼ੀਅਲ ਦੱਸ ਕੇ ਕਮਰਸ਼ੀਅਲ ਬਣਾਈਆਂ ਜਾਂਦੀਆਂ, ਇਹ ਕਰਦੇ ਕੀ ਹੈ? ਸਿਰਫ ਪੈਸੇ ਲਈ ਜਾਂਦੇ ਆ। ਇਸ ਕਰਕੇ ਸਰਕਾਰ ਨੂੰ ਇੱਧਰ ਚੋਰ ਮੋਰੀ ਵੱਲ ਵੀ ਧਿਆਨ ਦੇਣਾ ਚਾਹੀਦਾ। ਇੰਪਰੂਵਮੈਂਟ ਟਰਸਟ ਦੇ ਵਿੱਚ ਆਡਿਟ ਕਰਾ ਲਓ ਸਾਰੀਆਂ ਬਿਲਡਿੰਗਾਂ ਦਾ, ਵੀ ਕੀ ਬਣਿਆ, ਕਿੰਨੇ ਖਾਧਾ, ਨਾਲੇ ਪਤਾ ਲੱਗ ਜਾਊਗਾ ਕਿਹੜਾ ਅਧਿਕਾਰੀ ਹੈ ਜਿਹਨੇ ਮਾਲ ਖਾਧਾ, ਤੇ ਸਰਕਾਰ ਨੂੰ ਰੈਵਨਿਊ ਆਏਗਾ। ਵੀ ਸਰਕਾਰ ਨੂੰ ਰੈਵਨਿਊ ਇਕੱਠਾ ਕਰਨ ਦੇ ਤਰੀਕੇ ਬੜੇ ਆ, ਇਹ ਨਹੀਂ ਵੀ ਤੁਹਾਡੇ ਐਮਐਲਏ ਆਪ ਜਾ ਕੇ ਕਹਿਣੇ ਬਿਲਡਿੰਗ ਮੇਰੀ ਉਹ ਬਣਨ ਦੇ, ਵੇਖੀ ਨਾ ਇੱਧਰ। ਮਤਲਬ ਫਿਰ ਕਾਹਦਾ ਬਦਲਾਵ ਤੇ ਕਾਹਦੀ ਗੱਲ? ਆਮ ਗੱਲ ਤੇ ਉਹੀ ਆ, ਮੈਂ ਗੱਲਾਂ ਕਹਿੰਦੇ ਨਾ ਵੀ ਕਈ ਵਾਰੀ ਕਰ ਜਾਣਾ, ਆਮ ਬੰਦੇ ਦੀ ਕੀ ਤਾਕਤ ਆ ਵੀ ਇਹਨਾਂ ਨੂੰ ਗੱਲ ਕਰੇ, ਵੀ ਇਹਨਾਂ ਨੂੰ ਸਲਾਹ ਦਈਏ, ਕਿਉਂਕਿ ਇਹ ਤੇ ਸਭ ਕਹਿੰਦੇ ਨਾ ਵੀ ਸਾਰੀ ਅਕਲ ਪੀ ਕੇ ਜੰਮੇ ਆ, ਜਿਹੜਾ ਬਣ ਜਾਂਦਾ। ਚਲੋ, ਪਰ ਬਹੁਤ ਸਾਰੀਆਂ ਚੀਜ਼ਾਂ ਜਿੱਥੋਂ ਸਰਕਾਰ ਨੂੰ ਰੈਵਨਿਊ ਆ ਸਕਦਾ। ਪਟਵਾਰੀ ਸਾਹਿਬ, ਕਾਂਗਰਸ ਦੇ ਲੀਡਰ ਜਿਹੜੇ ਛੱਡ ਭਾਜਪਾ 'ਚ ਗਏ ਨੇ, ਹੁਣ ਉਹਨਾਂ ਦੇ ਕਿਹਾ ਜਾ ਰਿਹਾ ਇਮਤਿਹਾਨ ਦੀ ਘੜੀ ਆ ਗਈ ਹੈ। ਹਾਂ, ਵੇਖੋ ਜੀ, ਵੀ ਉਹ ਗਏ ਤੇ ਇਸ ਕਰਕੇ ਸੀਗੇ ਵੀ ਹੁਣ ਕਿਉਂਕਿ ਕਾਂਗਰਸ ਦੀ ਫੱਟੀ ਪਹੁੰਚ ਗਈ ਹੈ ਜੀ, ਤੇ ਹੁਣ ਆਪ ਹੀ ਪੁੱਛੀ ਇਹਨਾਂ ਨੇ ਜੀ, ਆਪੇ ਤੇ ਪੁੱਛੀ ਨਹੀਂ। ਜੇ ਤੁਸੀਂ ਚੰਗਾ ਲੋਕਾਂ ਨੂੰ ਕੰਮ ਦਿੱਤਾ ਹੁੰਦਾ, ਕੋਈ ਜਿਹੜਾ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਤੁਸੀਂ ਸਜ਼ਾ ਦਿੱਤੀ ਹੁੰਦੀ, ਭ੍ਰਸ਼ਟਾਚਾਰ ਆਪਣਾ ਕੀਤਾ ਹੁੰਦਾ, ਭ੍ਰਸ਼ਟਾਚਾਰ ਮੁਕਾਇਆ ਹੁੰਦਾ, ਤੇ ਫਿਰ ਇੰਨੀ ਨੌਬਤ ਨਹੀਂ ਆਣੀ ਸੀ, ਫਿਰ ਸਰਕਾਰ ਆਮ ਆਦਮੀ ਪਾਰਟੀ ਦੀ ਥੋੜੀ ਹੋਣੀ, ਫਿਰ ਤੇ ਸਰਕਾਰ ਕਾਂਗਰਸ ਦੀ ਹੋਣੀ। ਹੁਣ ਚਲੋ ਜੋ ਵੀ ਹੋਇਆ, ਹੁਣ ਇਹ ਚਲੇ ਤੇ ਗਏ ਉੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ। ਹੁਣ ਸੈਮੀਫਾਈਨਲ ਆ, ਲੋਕ ਸਭਾ ਚੁਣਾਵ ਹੋਣੇ ਆ 2024 ਚ। ਹੁਣ ਪਤਾ ਥੋੜੀ ਸੀ ਵੀ ਕਹਿੰਦੇ ਵੀ ਇਹਨਾਂ ਨੂੰ ਵੀ ਜਿਹੜੇ ਰਾਹੁਲ ਜਿਹੜੇ ਗਾਂਧੀ ਹੈ ਭਾਰਤ ਜੋੜੋ ਯਾਤਰਾ ਕਰਨਗੇ, ਤੇ ਉਸ ਯਾਤਰਾ ਦੌਰਾਨ ਜਿਹੜੇ ਜਲੰਧਰ ਦੇ ਸਾਂਸਦ ਮਹਿਰੂਮ ਨੇ ਸੰਤੋਖ ਚੌਧਰੀ, ਉਹਨਾਂ ਨੂੰ ਹਾਰਟ ਅਟੈਕ ਆਏਗਾ ਤੇ ਮੌਤ ਹੋ ਜਾਏਗੀ। ਹੁਣ ਬਾਈ ਇਲੈਕਸ਼ਨ ਹੋਣੇ ਨੇ। ਹੁਣ ਬੀਜੇਪੀ ਦਾ ਜਿਹੜਾ ਹਾਈ ਕਮਾਂਡ ਹੈ, ਉਹ ਵੀ ਤੁਹਾਨੂੰ ਪਤਾ ਵੀ ਬੜਾ ਸਮਝਦਾਰ ਹੈ, ਸੂਝਵਾਨ ਹੈ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਟੈਸਟ ਤੇ ਕਰੀਏ ਵੀ ਇਹਨਾਂ ਦੇ ਪੱਲੇ ਕੀ ਹੈ ਜੀ। ਹੁਣ ਬਹੁਤ ਸਾਰੇ ਲੀਡਰ ਹੈ, ਜਿਹਦੇ ਚ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਹੀ ਹੈ, ਬਲਬੀਰ ਸਿੰਘ ਸਿੱਧੂ ਦਾ ਨਾਮ ਹੀ ਹੈ, ਅਮਰਪਾਲ ਸਿੰਘ ਬੋਨੀ ਦਾ ਨਾਮ ਹੀ ਹੈ। ਉਹਨਾਂ ਨੂੰ ਇੱਕ ਹਲਕੇ ਦਾ ਇੰਚਾਰਜ ਲਾਤਾ ਹੈ। ਹੁਣ ਜਿਹੜੇ ਪਹਿਲੇ ਉੱਥੇ ਇੰਚਾਰਜੀ ਕਰਦੇ ਸੀ ਬੀਜੇਪੀ ਦੇ ਪੁਰਾਣੇ ਕੱਟੜ ਬੰਦੇ ਵੀ ਹੈਗੇ ਨਾ, ਜਿਹੜੇ ਬਹੁਤ ਸਾਲ ਹੋ ਗਏ, ਹੁਣ ਉਹਨਾਂ ਨੇ ਵੀ ਕਿਹਾ ਤਾਂ ਵੀ ਕੋਈ ਗੱਲ ਨਹੀਂ ਕਰੋ। ਹੁਣ ਉਹਨਾਂ ਦਾ ਵਿਰੋਧ ਵੀ ਜਿਹੜਾ ਅੰਦਰ ਖਾਤੇ ਝੇਲਣਾ ਪਊਗਾ ਨਾ ਬੀਜੇਪੀ ਨੂੰ, ਨੁਕਸਾਨ ਤੇ ਉੱਥੇ ਹੋਣਾ ਤੈਅ। ਵੈਸੇ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਜ਼ੋਰ ਲਾ ਰਹੀਆਂ, ਆਮ ਆਦਮੀ ਪਾਰਟੀ ਵੀ ਲਾ ਰਹੀ ਹੈ, ਸੁਖਬੀਰ ਬਾਦਲ ਬੜਾ ਜ਼ੋਰ ਲਾ ਰਹੇ ਹੈ, ਤੇ ਆਪਣੇ ਕਾਂਗਰਸੀ ਵੀ ਜ਼ੋਰ ਲਾ ਰਹੇ ਹੈ। ਤੇ ਹੁਣ ਦੇਖੋ ਆਂਦਾ ਕੌਣ ਹੈ। ਪਰ ਜਿਹੜਾ ਕਿ ਹੁਣ ਬੀਜੇਪੀ ਨੇ ਇਹਨਾਂ ਨੂੰ ਐਕਸਪੈਰੀਮੈਂਟ ਵੇਖਿਆ ਵੀ ਇਹਨਾਂ 'ਚ ਕੋਈ ਕਰੰਟ ਹੈਗਾ ਵੀ ਹੈ ਕਿ ਨਹੀਂ, ਵੀ ਸਭ ਚੱਲੇ ਕਾਰਤੂਸ ਆ ਜੀ, ਇਹਨਾਂ ਦਾ ਕੋਈ ਫਾਇਦਾ ਹੋਊਗਾ ਕਿ ਨਹੀਂ ਹੋਊਗਾ। ਇਹ ਫਿਰ ਕਿਤੇ ਇਹ ਵੀ ਨਾ ਹੋਵੇ ਵੀ ਜਦੋਂ ਇਹ ਕਾਂਗਰਸ ਕਿਸੇ ਬੀਜੇਪੀ ਦੇ ਲੀਡਰ ਦੇ ਪੱਖ ਦੇ ਵਿੱਚ ਰੈਲੀ ਕਰਦੇ ਹੋਣ ਤੇ ਬੋਲਦੇ ਹੋਣ ਫੇਵਰ ਦੇ ਵਿੱਚ ਬੀਜੇਪੀ ਦੇ, ਤੇ ਕਾਂਗਰਸ ਨੂੰ ਕੱਢਦੇ ਹੋਣ, ਕੋਸਦੇ ਹੋਣ ਜੀ, ਤੇ ਉਹ ਦੂਜੇ ਪਾਸਿਓਂ ਕਿਤੇ ਉਹਨਾਂ ਨਾ ਕਰ ਦੇਣ ਵੀ 2022 ਦੀਆਂ ਇਲੈਕਸ਼ਨ ਹੋਣੇ ਹੋ ਗਏ ਹੋਈਆਂ, ਵੀਡੀਓ ਨਾ ਜਾਰੀ ਕਰ ਦੇਣ ਸੋਸ਼ਲ ਮੀਡੀਆ ਤੇ, ਜਿਹਦੇ 'ਚ ਉਲਟ ਕਰਦੇ ਹੋਣ ਵੀ ਕਾਂਗਰਸ ਦੀਆਂ ਉਪਲਬਧੀਆਂ ਗਿਣਾਉਂਦੇ ਹੋਣ ਤੇ ਬੀਜੇਪੀ ਨੂੰ ਗਾਲਾਂ ਕੱਢਦੇ ਹੋਣ। ਇਹ ਬੜਾ ਹੁਣ ਬੜੀ ਇਹਨਾਂ ਲਈ ਵੀ ਜਿਹੜੀ ਨਾ ਉਹ ਬੜੀ ਕਹਿੰਦੇ ਨਾ ਅਜੀਬ ਜੀ ਸਥਿਤੀ ਬਣ ਗਈ ਹੈ। ਪਟਵਾਰੀ ਸਾਹਿਬ, ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਕਿ ਕੱਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਹੈ, ਤੇ ਕੁਝ ਵਿਚਾਰ ਵਟਾਂਦਰਾ ਵੀ ਆਇਆ ਉਸ ਮੀਟਿੰਗ ਦੇ ਦੌਰਾਨ, ਇਹਨਾਂ ਦੀ ਮੁਲਾਕਾਤ ਦੇ ਦੌਰਾਨ। ਹਾਂ, ਕੱਲ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੇ ਮੁਲਾਕਾਤ ਕੀਤੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਅਜਨਾਲੇ ਦੀ ਘਟਨਾ ਹੁੰਦੀ 23 ਫਰਵਰੀ ਨੂੰ, ਤੇ ਉਸ ਤੋਂ ਬਾਅਦ ਬਹੁਤ ਸਾਰੇ ਇੱਕ ਵਿਵਾਦ ਛਿੜ ਗਿਆ ਸੀ ਵੀ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣੇ ਚਾਹੀਦੇ ਸੀ ਕਿ ਨਹੀਂ ਲੈ ਕੇ ਜਾਣੇ ਚਾਹੀਦੇ, ਬੜੀ ਆਲੋਚਨਾ ਵੀ ਹੋਈ। ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਆਪਣਾ ਤਰਕ ਸੀਗਾ, ਉਹਨਾਂ ਨੇ
ਇਤਿਹਾਸ ਦੀਆਂ ਘਟਨਾਵਾਂ ਦੀ ਵੀ ਗੱਲ ਕੀਤੀ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਅਸੀਂ ਜਾਣਦੇ ਹਾਂ ਵੀ ਕਿੱਥੇ ਅਸੀਂ ਉੱਥੇ ਅੰਮ੍ਰਿਤਸਰ ਕਰਾਇਆ, ਕਿਹੜੀ ਗਲਤ ਗੱਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਮੇਟੀ ਵੀ ਬਣਾਤੀ, ਇੱਕ 15 ਮੈਂਬਰੀ ਕਮੇਟੀ ਬਣਾਤੀ ਹੈ, ਜਿਹੜੀ ਕਮੇਟੀ ਇਹਦੇ ਤੇ ਰਿਪੋਰਟ ਦੇਗੀ ਛੇਤੀ ਵੀ ਅੱਗੇ ਤੋਂ ਕੀ ਹੋਣਾ ਚਾਹੀਦਾ। ਹੁਣ ਕੱਲ ਉਹਨਾਂ ਦੀ ਮੁਲਾਕਾਤ ਹੋਈ, ਕਰੀਬ 2 ਘੰਟੇ ਮੁਲਾਕਾਤ ਚੱਲੀ ਹੈ। ਉਹ ਬਾਹਰ ਆ ਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਤੇ ਕੋਈ ਵੀ ਜ਼ਿਆਦਾ ਨਹੀਂ ਕੀਤੀ। ਉਹ ਕਹਿੰਦੇ ਵੀ ਮੈਂ ਤਾਂ ਪਹਿਲੇ ਵੀ ਆਉਂਦਾ ਰਿਹਾ ਸੀ ਮੱਥਾ ਟੇਕਣ ਸ਼੍ਰੀ ਹਰਿਮੰਦਰ ਸਾਹਿਬ, ਅੱਜ ਵੀ ਆਇਆ ਤੇ ਪਹਿਲੇ ਅੱਗੇ ਤੇ ਕਦੀ ਮੇਰੀ ਮੁਲਾਕਾਤ ਹੋਈ ਨਹੀਂ ਹੈ ਤੇ ਅੱਜ ਉਹ ਸੀਗੇ ਸੁਭਾਵਿਕ ਤੌਰ ਤੇ ਇਸ ਕਰਕੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ। ਤੇ ਉਹਨਾਂ ਨੇ ਇੰਨੀ ਗੱਲ ਜ਼ਰੂਰ ਕੀਤੀ ਹੈ ਵੀ ਪੰਥਕ ਮਾਮਲਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ, ਇਸ ਤੋਂ ਜ਼ਿਆਦਾ ਉਹਨਾਂ ਨੇ ਕੁਝ ਨਹੀਂ ਕਿਹਾ। ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਵੀ ਕੋਈ ਬਿਆਨ ਨਹੀਂ ਆਇਆ ਹੈਗਾ। ਤੇ ਦੂਜੇ ਪਾਸੇ ਇਹ ਹੁਣ ਪਤਾ ਲੱਗਿਆ ਕਿਉਂਕਿ ਕਿਸ ਤਰ੍ਹਾਂ 2 ਦਿਨ ਪਹਿਲੇ ਮੁੱਖ ਮੰਤਰੀ ਮਿਲਦੇ ਨੇ ਅਮਿਤ ਸ਼ਾਹ ਉਹਨਾਂ ਨੂੰ, ਉਸ ਤੋਂ ਪਹਿਲੇ ਗਵਰਨਰ ਸਾਹਿਬ ਮਿਲੇ ਸੀ। ਹੁਣ ਕਹਿੰਦੇ ਵੀ ਪੁਲਿਸ ਨੇ ਕਰੀਬ 30 ਆਰੋਪੀਆਂ ਦੀ ਫੋਟੋ ਤੇ 46 ਵੀਡੀਓ ਖੰਗਾਲ ਲਈ ਹੈ। ਹਾਲਾਂਕਿ ਪੁਲਿਸ ਇੱਥੇ ਬੋਲ ਨਹੀਂ ਕੁਛ ਰਹੀ। ਅੱਜ ਜਦੋਂ ਪੁਲਿਸ ਅਧਿਕਾਰੀ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਇਹਦੇ ਤੇ ਅਜੇ ਫਿਲਹਾਲ ਨਹੀਂ ਕੋਈ ਟਿੱਪਣੀ ਕਰਾਂਗੇ, ਸਾਡੇ ਸਾਹਿਬ ਹੀ ਟਿੱਪਣੀ ਕਰਨਗੇ। ਐਸਐਸਪੀ ਸੀਗੀ ਮੈਡਮ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਐਸਐਸਪੀ ਸਾਹਿਬ ਹੀ ਇਹਦੇ ਤੇ ਕੋਈ ਗੱਲ ਕਰਨਗੇ ਤੇ ਐਸਐਸਪੀ ਸਾਹਿਬ ਨਾਲ ਗੱਲ ਤਾਂ ਕੋਈ ਨਹੀਂ ਹੋਈ। ਪਰ ਆਉਣ ਵਾਲਾ ਦੇਖੋ ਕੀ ਹੁੰਦਾ, ਇਹਦੇ ਵਿੱਚ ਕੀ ਨਿਕਲ ਕੇ ਆਉਂਦਾ ਬਾਹਰ। ਡਾਕਟਰ ਸਾਹਿਬ, ਕੱਲ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਜਿਹੜੀ ਮਾਨਯੋਗ ਸ਼੍ਰੀ ਸੀਐਮ ਭਗਵੰਤ ਮਾਨ ਅਤੇ ਜਿਹੜੇ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਗਵਰਨਰ, ਉਹਨਾਂ ਵਿੱਚ ਜਿਹੜੀ ਕਰਵਾਹਟ ਚੱਲ ਰਹੀ ਸੀ ਨਾ, ਉਹਦੇ ਵਿੱਚ ਕੁਝ ਨਰਮੀ ਦਿਖਾਈ ਦਿੱਤੀ ਹੈ। ਹਾਂ ਦੇਖੋ, ਕੱਲ ਜਿਸ ਤਰ੍ਹਾਂ ਉਮੀਦ ਕੀਤੀ ਜਾ ਰਹੀ ਸੀ ਵੀ ਸ਼ਾਇਦ ਰਾਜਪਾਲ ਸਾਹਿਬ ਸਰਕਾਰ ਨੂੰ ਘੇਰਨਗੇ ਜਾਂ ਜਿਹੜੇ ਉਹਨਾਂ ਨੇ ਸਵਾਲ ਪੁੱਛੇ ਹੈ ਉਹ ਆਪਣਾ ਭਾਸ਼ਣ ਉੱਥੋਂ ਸ਼ੁਰੂ ਕਰਨਗੇ। ਹਾਲਾਂਕਿ ਜਦੋਂ ਉਹਨਾਂ ਨੇ ਮੇਰੀ ਸਰਕਾਰ ਕਹਿਣ ਦੀ ਬਜਾਏ ਉਹਨਾਂ ਨੇ ਆਪਣਾ ਇੰਗਲਿਸ਼ 'ਚ ਭਾਸ਼ਣ ਪੜ੍ਹਿਆ ਸੀਗਾ, ਸਿਰਫ ਸਰਕਾਰ ਕਹਿਣਾ ਸ਼ੁਰੂ ਕਰਤਾ। ਉਹਦੇ ਤੇ ਉਹਨਾਂ ਨੇ ਭਗਵੰਤ ਮਾਨ ਉਹਨਾਂ ਨੇ ਆਪੱਤੀ ਜਤਾਈ। ਵੈਸੇ ਤੇ ਹਮੇਸ਼ਾ ਹੀ ਕਹਿੰਦੇ ਨਾ, ਜੋ ਡਰਾਫਟ ਕਰਕੇ ਦਿੰਦੀ ਨਾ ਕੈਬਨਿਟ ਦੀ ਜਿਹੜੀ ਵੱਲੋਂ ਡਰਾਫਟ ਕੀਤੀ ਗਿਆ ਭਾਸ਼ਣ ਹੀ ਰਾਜਪਾਲ ਸਾਹਿਬ ਪੜ੍ਹਦੇ ਉੱਥੇ। ਤੇ ਇਹੋ ਹੀ ਪ੍ਰਕਿਰਿਆ ਜਦੋਂ ਰਾਸ਼ਟਰਪਤੀ ਪੜ੍ਹਦੇ ਨੇ ਤਾਂ ਕੈਬਨਿਟ ਵੱਲੋਂ ਜੋ ਦਿੱਤਾ ਜਾਂਦਾ ਉਹ ਪੜ੍ਹਦੇ ਨੇ। ਹਾਲਾਂਕਿ ਰਾਜਪਾਲ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਮੈਂ ਕੋਈ ਨਵਾਂ ਰਾਜਪਾਲ ਨਹੀਂ ਬਣਿਆ, ਮੈਂ ਪਹਿਲਾਂ ਵੀ ਰਾਜਪਾਲ ਰਿਹਾ। ਮੈंने ਆਪਣੇ ਜ਼ਿਲ੍ਹੇ ਵਿੱਚ ਤਾਂ ਮੈਂ ਅਸਮ ਨੇ ਮੇਘਾਲਿਆ ਦਾ ਵੀ ਰਾਜਪਾਲ ਰਿਹਾ ਵਾਂ। ਤੇ ਕੱਲ ਇਸੇ ਕਰਕੇ ਹੀ ਵਿਪਕਸ਼ ਜਿਹੜਾ ਵਾਕਆਊਟ ਕਰ ਗਿਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਇਹ ਮੇਰੀ ਸਰਕਾਰ ਮਾਈ ਗਵਰਨਮੈਂਟ ਕਹਿ ਰਹੇ ਨੇ ਤੇ ਉਹ ਤੇ ਕਹਿੰਦੇ ਇਹਨਾਂ ਨੂੰ ਮੰਨਦੇ ਨਹੀਂ। ਇਸੇ ਕਰਕੇ ਇਹਨਾਂ ਦੀ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੇ, ਇਸੇ ਕਰਕੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ। ਪਰ ਕਿਤੇ ਨਾ ਕਿਤੇ ਜਿਵੇਂ ਮਾਨ ਸਾਹਿਬ ਕੱਲ ਆਪ ਖੜੇ ਹੋ ਕੇ ਉਹਨਾਂ ਨੇ ਪਹਿਲੇ ਸਵਾਗਤ ਕੀਤਾ। ਹਾਲਾਂਕਿ ਜਦੋਂ ਗਵਰਨਰ ਸਾਹਿਬ ਆਉਂਦੇ ਆ ਤੇ ਉਹਨਾਂ ਨੇ ਗਾਰਡ ਆਫ ਆਨਰ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ, ਨਹੀਂ ਸੀ ਲਿਆ ਉਹਨਾਂ ਨੇ। ਕੁਲਤਾਰ ਸਿੰਘ ਸੰਧਵਾ ਤੇ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਤੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦਾ ਆਪ ਸਵਾਗਤ ਕਰਦੇ ਨੇ। ਹਾਲਾਂਕਿ ਇਸ ਤੋਂ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਬੈਚ 30 ਟੀਚਰਾਂ ਦਾ ਰਵਾਨਾ ਕਰਤਾ ਸੀਗਾ ਸਿੰਗਾਪੁਰ ਲਈ। ਉੱਥੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਗੋਲਮੋਲ ਜਿਹਾ ਜਵਾਬ ਦਿੱਤਾ ਵੀ ਅਸੀਂ ਕ੍ਰਾਈਟੇਰੀਆ ਰੱਖਿਆ ਹੈ, ਇਹ ਕੁਝ ਰੱਖਿਆ ਹੈ ਵੀ ਚਲੋ ਜੇ ਤੁਸੀਂ ਇਹਨਾਂ ਨੂੰ ਜਵਾਬ ਦਿੱਤਾ, ਇਹੋ ਹੀ ਜਵਾਬ ਤੁਸੀਂ ਗਵਰਨਰ ਸਾਹਿਬ ਨੂੰ ਵੀ ਦੇ ਸਕਦੇ ਸੀਗੇ। ਤੇ ਹੁਣ ਹਜੇ ਤੱਕ ਜਦ ਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੱਕ ਸੈਕਟਰੀ ਦੀ ਡਿਊਟੀ ਲਾਓ ਤੇ ਗਵਰਨਰ ਸਾਹਿਬ ਦੇ ਸਵਾਲਾਂ ਦੇ ਜਵਾਬ ਦਿਓ, ਤੇ ਹਜੇ ਤੱਕ ਦਿੱਤੇ ਤਾਂ ਨਹੀਂ ਹੈ। ਪਰ ਗਵਰਨਰ ਸਾਹਿਬ ਨੇ ਦੇਖੋ ਕੱਲ ਇੱਕ ਬੜੇ ਕਹਿੰਦੇ ਨਾ ਵੀ ਸੁਲਝੇ ਹੋਏ ਰਾਜਨੀਤਿਕ ਤੇ ਦਾ ਇੱਕ ਪਰਿਚੈ ਦਿੱਤਾ, ਕਿਉਂਕਿ ਇੱਕ ਅਖਬਾਰ ਦੇ ਉਹ 40 ਸਾਲ ਸੰਪਾਦਕ ਵੀ ਰਹਿ ਚੁੱਕੇ ਨੇ, ਲੋਕ ਸਭਾ ਮੈਂਬਰ ਰਹਿ ਚੁੱਕੇ ਨੇ, ਮੰਤਰੀ ਰਹਿ ਚੁੱਕੇ ਨੇ। ਤੇ ਉਹਨਾਂ ਨੇ ਹੁਣ ਉਮੀਦ ਹੈ ਕਿ ਜਿਹੜਾ ਵੀ ਸਵਾਲ ਪੁੱਛਿਆ ਜਾਏਗਾ ਅੱਗੇ ਤੋਂ ਗਵਰਨਰ ਸਾਹਿਬ ਵੱਲੋਂ। ਡਾਕਟਰ ਸਾਹਿਬ, ਇੱਕ ਟਵੀਟ ਵੀ ਸਾਹਮਣੇ ਆਇਆ ਭਗਵੰਤ ਮਾਨ ਜੀ ਵੱਲੋਂ, ਜਿਹੜਾ ਉਹਨਾਂ ਨੇ ਅੱਜ ਸਵੇਰੇ ਇੱਕ ਕੀਤਾ, ਉਹਦਾ ਵੀ ਇੱਕ ਜ਼ਿਕਰ ਥੋੜਾ ਜਿਹਾ ਕਰ ਦਿਓ। ਹਾਂ, ਉਹਦੇ 'ਚ ਮਾਨ ਸਾਹਿਬ ਦਾ ਮੈਂ ਟਵੀਟ ਦੇਖ ਰਿਹਾ ਸੀ, ਉਹਦੇ 'ਚ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਗੱਲ ਕੀਤੀ ਹੈ ਸ਼ਾਇਦ, ਜਿਹਦੇ 'ਚ ਉਹਨਾਂ ਨੇ ਲਿਖਿਆ ਹੈ, ਉਹ ਲਿਖਦੇ ਨੇ, ਪੰਜਾਬ ਦੀ ਮੇਰੇ ਕੋਲ ਪਲ ਪਲ ਦੀ ਜਾਣਕਾਰੀ ਹੈ। ਵਿਰੋਧੀਆਂ ਦਾ ਪੰਜਾਬ ਨੂੰ ਫਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੇ 3 ਕਰੋੜ ਸ਼ਾਂਤੀ ਪਸੰਦ ਲੋਕਾਂ ਨੂੰ ਮੈਂ ਯਕੀਨ ਦਿਵਾਉਂਦਾ ਹਾਂ ਕਿ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦੇ ਆਪਸੀ ਭਾਈਚਾਰੇ ਵੱਲ ਬੁਰੀ ਨਜ਼ਰ ਨਾਲ ਵੇਖੇ। ਇਹ ਵੇਖ ਕੇ ਇਹ ਕਹਿ ਕੇ ਇੱਕ ਤਰ੍ਹਾਂ ਉਹਨਾਂ ਨੂੰ ਸੰਦੇਸ਼ ਵੀ ਦਿੱਤਾ, ਕਿਉਂਕਿ ਹੁਣ ਵੈਸੇ ਵੀ ਤੇ 6 ਤਰੀਕ ਤੋਂ ਜਿਹੜੀ ਪੈਰਾ ਮਿਲਟਰੀ ਫੋਰਸਿਸ CRPF ITB ਇਹ ਸਾਰੇ ਜਵਾਨ ਤੈਨਾਤ ਹੋ ਜਾਣੇ ਨੇ ਤੇ ਉਹ 16 ਤਰੀਕ ਤੱਕ ਰਹਿਣਗੇ ਜਾਂ ਐਕਸਟੈਂਡ ਹੋਏਗਾ, ਇਹ ਧਿਆਨ ਵਾਲਾ ਸਮਾਂ ਹੀ ਦੱਸੇਗਾ। ਪਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਲੋਕ ਚਿੰਤਤ ਨੇ। ਆਏ ਦਿਨ ਗੋਲੀ ਚੱਲਦੀ ਹੈ, ਕੋਈ ਦਿਨ ਨਹੀਂ ਖਾਲੀ ਜਾਂਦਾ ਵੀ ਕੋਈ ਨਾ ਕੋਈ ਗੋਲੀ ਚੱਲਣ ਦੀ ਵਾਰਦਾਤ ਨਾ ਹੁੰਦੀ ਹੋਵੇ। ਵੀ ਫਿਰ ਗੱਲ ਹੋਈ ਹੈ ਵੀ ਇੱਕ ਵਾਰੀ ਫਿਰ ਸਮੀਖਿਆ ਕਰਨ ਦੀ ਲੋੜ ਆ ਕਿ ਕਮੀ ਕਿੱਥੇ ਹੈ।
जी। सरकार को पूरा तंत्र है। इन्होंने स्कॉलर, मेरे तो कई समझदार लोग बैठे हैं, स्कॉलर बैठे हैं, रिसर्चर बैठे हैं, इंडिया यूनिवर्सिटियां एक रिसर्च बना के दोबारा वो चीज़ ਨੂੰ ओवरहाल करो। लोग ਉਹ ਵਾਕਈ ਜਿਹੜੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਉਹਨਾਂ ਨੂੰ ਕਿਉਂ ਇਹ ਬੁੱਕੀ ਦੜੇਬਾਜ਼ ਦੜੇ ਸੱਟੇਬਾਜ਼ ਇਹ ਲੋਕ ਤੰਗ ਕਰਨ, ਬਦਮਾਸ਼ ਤੰਗ ਕਰਨ, ਵਾਰ-ਵਾਰ ਆ ਕੇ ਐਕਚੁਅਲ ਜਿਹੜੇ ਕ੍ਰਿਮੀਨਲ ਹੈ ਉਹ ਕਿਉਂ ਵਾਰ-ਵਾਰ ਵਾਰਦਾਤਾਂ ਨੂੰ ਅੰਜਾਮ ਦੇਣ, ਉਹ ਕਿਉਂ ਲਚੀਲੀ ਲਚਰ ਵਿਵਸਥਾ ਦਾ ਸਹਾਰਾ ਲੈ ਕੇ ਤੇ ਬਾਰ-ਬਾਰ ਬਾਹਰ ਆਉਣ ਤੇ ਫਿਰ ਕ੍ਰਾਈਮ ਕਰਨ। ਇਹ ਸਾਰੀ ਚੀਜ਼ਾਂ ਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ। ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਨਾਲ ਅਸੀਂ ਅੱਜ ਦੇ ਮੁੱਦਿਆਂ ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ ਜੀ।